ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪਰਤਖ ਗੁਰੂ ਨਿਸਤਾਰੇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਏ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ। ਕਰ ਇਸਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ।
गुर पूरै कृपा धारी, प्रभ पूरी लोच हमारी। कर स्नान गृह आए, आनंद मंगल सुख पाए। संतो राम नाम निस्तरिय, उठत बैठत हर हर ध्याइयै। अन दिन सुकृत करियै, रहाउ। संत का मार्ग धर्म की पौड़ी, को वड भागी पाए। कोट जन्म के किल बिख नासे, हर चरनी चित लाए। उस्तत करहु सदा प्रभ अपने, जिन पूरी कल राखी। जी जंत सब भये पवित्रा, सतगुर की सच साखी। बिघ्न विनाशन सब दुख नाशन, सतगुर नाम दृढ़ाया। खोए पाप भये सब पावन, जन नानक सुख घर आया। बिघ्न विनाशन सब दुख नाशन, सतगुर नाम दृढ़ाया। खोए पाप भये सब पावन, जन नानक सुख घर आया। सोरठ महला पंजवा। गुर पूरै कृपा धारी, प्रभ पूरी लोच हमारी। वाहिगुरु जी का खालसा, वाहिगुरु जी की फतेह। सतगुਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਸ਼ੋਭਿਤ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਨੂੰ, ਸਵਾਸਾਂ ਨੂੰ, ਜੀਵਨ ਨੂੰ ਸਫਲ ਬਣਾ ਰਹੇ ਹਾਂ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦੀ ਸੇਵਾ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਜੀ ਵੱਲੋਂ ਕੀਤੀ ਗਈ। ਉਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਬਾਣੀ ਦੇ ਜਾਪ ਹੋਏ ਹਨ। ਜਾਪ ਤੋਂ ਉਪਰੰਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਨਗਰਾਂ ਦੇ ਅੰਦਰ ਵਿਚਰ ਕੇ ਪ੍ਰਾਰੰਭ ਕੀਤੀ ਹੋਈ ਹੈ। ਪਿੱਛੇ ਆਲੂਪੁਰ ਨਗਰ ਦੇ ਅੰਦਰ 7 ਦਿਨਾਂ ਦੇ ਗੁਰਮਤਿ ਸਮਾਗਮ ਹੋਏ। ਅੱਜ ਤੋਂ ਇਸ ਲੋਹਗੜ੍ਹ ਨਗਰ ਦੇ ਅੰਦਰ 7 ਦਿਨਾਂ ਦੇ ਕਥਾ ਦੇ ਸਮਾਗਮ ਪ੍ਰਾਰੰਭ ਕੀਤੇ ਜਾ ਰਹੇ ਹਨ। ਸੋ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਉਹਦੇ ਨਾਲ ਨਾਲ ਜੋ ਇਹਨਾਂ ਦਿਨਾਂ ਦਾ ਇਤਿਹਾਸ ਹੈ, ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਇਹਨਾਂ ਦਿਨਾਂ ਦੇ ਅੰਦਰ ਸਭ ਕੁਝ ਆਪਣਾ ਕੁਰਬਾਨ ਕੀਤਾ,
ਜਿਸ ਕਰਕੇ ਆਪਾਂ ਉਹਨਾਂ ਨੂੰ ਸਰਬੰਸਦਾਨੀ ਪਿਤਾ ਕਹਿ ਕੇ ਚੇਤੇ ਕਰਦੇ ਹਾਂ। ਸੋ ਜਿਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ, ਬੇਅੰਤ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ, ਇਸੇ ਪ੍ਰਕਾਰ ਚਮਕੌਰ ਸਾਹਿਬ ਦੇ ਅੰਦਰ ਬੜੀ ਅਨੋਖੀ ਅਤੇ ਦੁਨੀਆ ਦੇ ਵਿੱਚ ਸਭ ਤੋਂ ਵਿਲੱਖਣ ਜੰਗ ਹੋਈ, ਜਿਸ ਦੇ ਅੰਦਰ ਸਤਿਗੁਰਾਂ ਦੇ 2 ਵੱਡੇ ਸਾਹਿਬਜ਼ਾਦੇ, 5 ਪਿਆਰਿਆਂ 'ਚੋਂ 3 ਪਿਆਰੇ ਅਤੇ 40 ਸਿੰਘ ਜਿਹੜੇ ਹਨ ਉਹ ਸ਼ਹੀਦੀ ਨੂੰ ਪ੍ਰਾਪਤ ਹੋਏ। ਇਸੇ ਪ੍ਰਕਾਰ ਹੀ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ, ਉਹਨਾਂ ਦਾ ਜੋ ਇਤਿਹਾਸ ਹੈ ਉਹ ਲੜੀਵਾਰ ਰੂਪ ਦੇ ਅੰਦਰ ਚੱਲ ਰਿਹਾ ਹੈ। ਕੱਲ੍ਹ ਦੇ ਦਿਨ ਦੇ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਦੋਵੇਂ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਜਦੋਂ ਉਸ ਵਹੀਰ ਦੇ ਨਾਲੋਂ ਵਿਛੜੇ, ਜਥੇ ਦੇ ਨਾਲੋਂ ਵਿਛੜੇ, ਅਤੇ ਮਾਤਾ ਜੀ ਅਤੇ ਸਾਹਿਬਜ਼ਾਦੇ ਇੱਕ ਜੰਗਲ ਦੇ ਰਸਤੇ ਪੈ ਗਏ। ਪਹਿਲੀ ਰਾਤ ਕੁੰਮਾ ਮਾਸ਼ਕੀ ਜੋ ਮਲਾਹ ਸੀ, ਦਰਿਆ ਦੇ ਕਿਨਾਰੇ ਰਹਿੰਦਾ, ਉਹਦੇ ਘਰੇ ਕੱਟੀ। ਇਸੇ ਪ੍ਰਕਾਰ ਫਿਰ ਦੂਸਰੀ ਰਾਤ ਇੱਕ ਝਿੜੀ ਦੇ ਅੰਦਰ ਕੋਲੇ ਪਾਣੀ ਦਾ ਤਲਾਅ ਸੀ, ਜਿੱਥੇ ਅੱਜ ਗੁਰਦੁਆਰਾ ਐਮਾ ਸਾਹਿਬ ਕਰਕੇ ਹੈ। ਉਹ ਬੜਾ ਗੁਪਤ ਜਿਹਾ ਅਸਥਾਨ ਹੈ, ਜਦੋਂ ਦਰਸ਼ਨ ਕਰਨ ਜਾਂਦੇ ਹਾਂ ਅਤੇ ਉਹਦਾ ਬਹੁਤਾ ਨਹੀਂ ਪਤਾ ਚੱਲਦਾ। ਉੱਥੇ ਦੂਸਰੀ ਰਾਤ ਸਾਹਿਬਜ਼ਾਦਿਆਂ ਨੇ ਕੱਟੀ ਹੈ। ਉੱਥੋਂ ਫਿਰ ਅੱਗੇ ਗੰਗੂ ਬ੍ਰਾਹਮਣ ਆਪਣੇ ਘਰ ਦੇ ਅੰਦਰ ਲੈ ਗਿਆ। ਤੀਸਰੀ ਰਾਤ ਇਹਦੇ ਘਰ ਦੇ ਅੰਦਰ ਕੱਟੀ, ਅਤੇ ਇਹ ਅੰਦਰੋਂ ਜਿਹੜਾ ਸੀ ਉਹ ਲਾਲਚੀ ਸੀ। ਸਤਿਗੁਰਾਂ ਨੇ ਜਿਵੇਂ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕੀਤੇ ਹਨ, ਲੋਭੀ ਕਾਵੇ ਸਾਹੋ ਨਾ ਕੀਚੈ, ਕਿ ਜਿਹੜੇ ਲੋਭੀ ਆਦਮੀ ਹਨ, ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ। ਇਹ ਮਾਇਆ ਦਾ ਲਾਲਚੀ ਸੀ ਗੰਗੂ ਬ੍ਰਾਹਮਣ, ਅਤੇ ਇਹਨੇ ਰਾਤ ਦੇ ਸਮੇਂ ਮਾਤਾ ਜੀ ਨੂੰ, ਸਾਹਿਬਜ਼ਾਦਿਆਂ ਨੂੰ ਘਰ ਦੇ ਅੰਦਰ ਰੱਖਿਆ। ਪਹਿਲਾਂ ਇਹਨੇ ਆਪਣੀ ਮਾਤਾ ਦੇ ਨਾਲ ਸਲਾਹ ਕੀਤੀ ਕਿ ਇਹਨਾਂ ਨੂੰ ਖਾਣੇ ਦੇ ਅੰਦਰ, ਭੋਜਨ ਦੇ ਅੰਦਰ ਤੂੰ ਜ਼ਹਿਰ ਪਾ ਦੇ, ਇਹਦੀ ਮਾਤਾ ਸੋਭੀ ਨਾਮ ਕਰਕੇ। ਪਰ ਉਹ ਮਾਤਾ ਨੇ ਇਹ ਪਾਪ ਕਮਾਉਣ ਤੋਂ ਇਨਕਾਰ ਕੀਤਾ। ਫਿਰ ਰਾਤ ਦੇ ਸਮੇਂ ਇਹਨੇ ਚੋਰੀ ਜਿਹੜੀ ਮੋਹਰਾਂ ਦੀ ਥੈਲੀ ਸੀ ਉਸ ਨੂੰ ਚੱਕਿਆ, ਅਤੇ ਬਾਹਰ ਕਿਤੇ ਦੂਰ ਜਾ ਕੇ ਮਿੱਟੀ ਪੁੱਟ ਕੇ ਟੋਆ ਕੱਢ ਕੇ ਨੱਪ ਆਇਆ। ਅਤੇ ਜਦੋਂ ਵਾਪਸ ਆਇਆ ਰਾਤ ਦੇ ਸਮੇਂ ਹੀ ਆ ਕੇ ਸੌਂ ਗਿਆ। ਮਾਤਾ ਜੀ ਸਭ ਕੁਝ ਜਾਣਦੇ ਸਨ, ਉਹਨਾਂ ਨੇ ਵੇਖ ਲਿਆ ਸੀ। ਜਦੋਂ ਦਿਨ ਚੜ੍ਹਿਆ ਅਤੇ ਸਵੇਰ ਹੁੰਦਿਆਂ ਹੀ ਮਾਤਾ ਜੀ ਕਹਿਣ ਲੱਗੇ ਗੰਗੂ ਬ੍ਰਾਹਮਣ ਨੂੰ ਕਿ ਜਿਹੜੀ ਮਾਇਆ ਹੈ ਉਸ ਨੂੰ ਚੰਗੇ ਤਰੀਕੇ ਨਾਲ ਸੰਭਾਲ ਕੇ ਰੱਖ ਲਾ, ਫਿਰ ਕਿਤੇ ਕੰਮ ਆਏਗੀ। ਅਤੇ ਇਹਨੇ ਜਦੋਂ ਇਹ ਸੋਚਿਆ ਵੀ ਮਾਤਾ ਨੂੰ ਤਾਂ ਪਤਾ ਲੱਗ ਗਿਆ, ਫਿਰ ਇਸ ਨੇ ਸੱਚੇ ਬਣਨ ਵਾਸਤੇ ਅਤੇ ਬੜੀ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕੀਤਾ ਕਿ ਚੋਰ ਪੈ ਗਏ ਘਰ ਦੇ ਅੰਦਰ। ਮਾਤਾ ਜੀ ਨੇ ਸਮਝਾਇਆ ਕਿ ਰੌਲਾ ਨਾ ਪਾ, ਸ਼ੋਰ ਨਾ ਕਰ, ਜੇ ਲੋਕ ਇਕੱਠੇ ਹੋ ਗਏ ਪਤਾ ਚੱਲ ਜਾਏਗਾ, ਕੋਈ ਅੱਗੇ ਜਾ ਕੇ ਸ਼ਿਕਾਇਤ ਕਰ ਦੇਗਾ। ਪਰ ਇਹਨੇ ਕੀ ਕੀਤਾ, ਇਹਨੇ ਬੜੀ ਉੱਚੀ ਦੇ ਨਾਲ ਰੌਲਾ ਪਾਇਆ, ਅਤੇ ਨਾਲ ਇਹ ਵੀ ਕਿਹਾ ਕਿ ਇੱਕ ਮੈਂ ਤੁਹਾਨੂੰ ਘਰ ਦੇ ਵਿੱਚ ਰੱਖਿਆ, ਇੰਨੀ ਵਿਪਤਾ ਦੇ ਸਮੇਂ ਦੀ ਹਕੂਮਤ ਦੇ ਨਾਲ ਮੱਥਾ ਲਾਉਣ ਵਾਲੀ ਗੱਲ ਹੈ ਕਿ ਇੱਕ ਬਾਗੀਆਂ ਨੂੰ ਪਨਾਹ ਦਿੱਤੀ ਹੈ ਅਤੇ ਤੁਸੀਂ ਮੈਨੂੰ ਚੋਰ ਬਣਾਇਆ ਹੈ। ਉਸ ਸਮੇਂ ਫਿਰ ਇਹਨੇ ਕਾਫੀ ਰੌਲਾ ਜਦੋਂ ਪਾਇਆ, ਪਿੰਡ ਦੇ ਲੋਕ ਆਏ। ਉਹਦੇ ਨਾਲ ਹੀ ਜਿਹੜਾ ਕੋਈ ਪਿੰਡ ਦਾ ਚੌਧਰੀ ਸੀ ਉਹ ਵੀ ਆਇਆ। ਜਦੋਂ ਉਹਨੇ ਵੇਖਿਆ ਅਤੇ ਪੁੱਛ-ਗਿੱਛ ਕੀਤੀ ਅਤੇ ਪਤਾ ਚੱਲਿਆ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਜੀ ਹਨ, ਅਤੇ ਨਾਲ ਉਹਨਾਂ ਦੇ 2 ਸਪੁੱਤਰ ਹਨ ਛੋਟੇ।
ਫਿਰ ਇਹ ਜਿਹੜਾ ਚੌਧਰੀ ਸੀ ਤੇ ਗੰਗੂ ਬ੍ਰਾਹਮਣ, ਇਹ ਦੋਵੇਂ ਫਿਰ ਨੇੜੇ ਜਿਹੜਾ ਠਾਣਾ ਪੈਂਦਾ ਸੀ ਮੋਰਿੰਡੇ ਸ਼ਹਿਰ ਦੇ ਅੰਦਰ, ਉੱਥੋਂ ਦੇ ਜਿਹੜੇ ਦੋ ਸਿਪਾਹੀ ਸਨ, ਜਾਨੀ ਖਾਂ ਤੇ ਮਾਨੀ ਖਾਂ, ਉਹਨਾਂ ਦੇ ਕੋਲ ਜਾ ਕੇ ਗੰਗੂ ਬ੍ਰਾਹਮਣ ਨੇ ਤੇ ਉਸ ਚੌਧਰੀ ਨੇ ਜਾ ਕੇ ਸ਼ਿਕਾਇਤ ਕੀਤੀ ਕਿ ਸਾਡੇ ਘਰ ਦੇ ਅੰਦਰ, ਸਾਡੇ ਪਿੰਡ ਦੇ ਅੰਦਰ ਜਿਨ੍ਹਾਂ ਨੂੰ ਤੁਸੀਂ ਲੱਭਦੇ ਹੋ, ਉਹਨਾਂ ਦੇ ਮਾਤਾ ਜੀ ਹਨ ਤੇ ਉਹਨਾਂ ਦੇ ਬੱਚੇ ਹਨ। ਉੱਥੋਂ ਫਿਰ ਜਿਹੜੇ ਉਹ ਸਿਪਾਹੀ ਸਨ, ਉਹ ਆਪਣੀ ਪੁਲਿਸ ਨੂੰ ਲੈ ਕੇ ਇਸ ਗੰਗੂ ਬ੍ਰਾਹਮਣ ਦੇ ਘਰ ਨੂੰ ਉਹਨਾਂ ਨੇ ਘੇਰਾ ਪਾ ਲਿਆ। ਘੇਰਾ ਪਾ ਕੇ ਅੰਦਰੋਂ ਪੁੱਛਗਿੱਛ ਕਰਕੇ ਕਿ ਕੌਣ ਹੋ ਤੁਸੀਂ, ਤੇ ਸਾਹਿਬਜ਼ਾਦਿਆਂ ਨੇ ਬੜੀ ਗਰਜਵੀਂ ਆਵਾਜ਼ ਦੇ ਅੰਦਰ ਜਵਾਬ ਦਿੱਤਾ ਕਿ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੁਪੁੱਤਰ ਹਾਂ, ਇਹ ਸਾਡੀ ਦਾਦੀ ਮਾਤਾ ਗੁਜਰ ਕੌਰ ਹੈ। ਫਿਰ ਉਸੇ ਸਮੇਂ ਹੀ ਸਿਪਾਹੀਆਂ ਨੇ ਸਾਹਿਬਜ਼ਾਦਿਆਂ ਦੇ ਹੱਥਾਂ ਦੇ ਅੰਦਰ ਵੀ ਕੜੀਆਂ ਲਾ ਦਿੱਤੀਆਂ, ਪੈਰਾਂ ਦੇ ਅੰਦਰ ਵੀ ਬੇੜੀਆਂ ਲਾ ਦਿੱਤੀਆਂ, ਤੇ ਉੱਥੋਂ ਇਹਦੇ ਘਰ ਤੋਂ ਲੈ ਕੇ ਤੇ ਪਿੰਡ ਤੋਂ ਬਾਹਰ ਜਿਹੜਾ ਕੋਈ ਗੱਡਾ ਸੀ ਬਲਦਾਂ ਵਾਲਾ, ਉਸ ਸਮੇਂ ਗੱਡੇ ਹੁੰਦੇ, ਗੱਡਿਆਂ ਦੇ ਉੱਤੇ ਆਉਂਦੇ ਜਾਂਦੇ, ਉਸ ਗੱਡੇ ਤੱਕ ਤੋਰ ਕੇ ਸਾਰੇ ਨਗਰ ਦੇ ਵਿੱਚੋਂ ਲੈ ਕੇ ਆਏ। ਜਿੰਨੇ ਪਿੰਡ ਦੇ ਲੋਕ ਸਨ ਉਹ ਗਲੀਆਂ ਦੇ ਵਿੱਚ ਆ ਕੇ, ਕੋਈ ਆਪਣੇ ਘਰਾਂ ਦੀਆਂ ਕੰਧਾਂ 'ਤੇ ਬਹਿ ਕੇ ਇਕੱਠੇ ਹੋ ਕੇ ਵੇਖਦੇ ਆ ਵੀ ਇਹ ਕੌਣ ਜਾ ਰਿਹਾ। ਸਾਹਿਬਜ਼ਾਦਿਆਂ ਦੇ ਚਿਹਰੇ ਦਾ ਜਲਾਲ ਵੇਖ ਵੇਖ ਕੇ ਲੋਕ ਗੱਲਾਂ ਕਰਦੇ ਆ ਵੀ ਇਹ ਕੋਈ ਆਮ ਬਾਲਕ ਨਹੀਂ ਲੱਗਦੇ, ਇਹ ਤਾਂ ਕਿਸੇ ਰੰਗੀ ਰੂਹ ਦੇ ਹੀ ਪਰਮੇਸ਼ਰ ਦੀ ਬੰਦਗੀ ਵਾਲੇ ਖੁਦਾ ਦੇ ਭੇਜੇ ਹੋਏ ਕੋਈ ਬੱਚੇ ਹਨ। ਇਸੇ ਪ੍ਰਕਾਰ ਫਿਰ ਚਲਦਿਆਂ ਇਹ ਜਿਹੜਾ ਜਾਨੀ ਖਾਂ ਤੇ ਮਾਨੀ ਖਾਂ ਸੀ, ਇਹਨਾਂ ਨੇ ਫਿਰ ਜਿਹੜਾ ਮੋਰਿੰਡੇ ਦਾ ਠਾਣਾ, ਜਿੱਥੇ ਅੱਜ ਗੁਰਦੁਆਰਾ ਕੋਤਵਾਲੀ ਸਾਹਿਬ ਹੈ, ਉਹ ਉਸ ਸਮੇਂ ਠਾਣਾ ਹੋਇਆ ਕਰਦਾ ਇਹਨਾਂ ਦਾ, ਉੱਥੇ ਸਾਰੀ ਰਾਤ ਫਿਰ ਉੱਥੇ ਰੱਖਿਆ। ਅਗਲੇ ਦਿਨ ਜਿਹੜੇ ਇਹ ਸਿਪਾਹੀ ਸਨ, ਜਾਨੀ ਖਾਂ ਤੇ ਮਾਨੀ ਖਾਂ, ਇਹਨਾਂ ਨੇ ਫਿਰ ਅੱਗੇ ਜਿਹੜਾ ਸਰਹੰਦ ਦਾ ਸੂਬਾ ਵਜੀਦ ਖਾਂ ਹੈ, ਉਹਦੇ ਪਾਸ ਜਾ ਕੇ ਦੱਸਣਾ ਚਾਹਿਆ ਕਿ ਉੱਥੋਂ ਸਾਨੂੰ ਇਨਾਮ ਮਿਲਣਗੇ, ਕਿਉਂਕਿ ਅਸੀਂ ਜੋ ਸਰਕਾਰ ਦਾ ਬਾਗੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਦੇ ਪੁੱਤਰਾਂ ਨੂੰ ਕੈਦ ਕਰ ਲਿਆ, ਮਾਤਾ ਉਹਦੀ ਨੂੰ ਕੈਦ ਕਰ ਲਿਆ, ਵੀ ਉਹਨਾਂ ਨੂੰ ਵੀ ਇਹ ਸੀ ਵੀ ਇਨਾਮ ਪ੍ਰਾਪਤ ਹੋਏਗਾ ਤੇ ਅਸੀਂ ਚੰਗੀ ਮਾਇਆ ਲੈ ਲਵਾਂਗੇ। ਇਹਨਾਂ ਨੇ ਇੱਕ ਨੇ ਉੱਥੇ ਹੀ ਪਹਿਰਾ ਰੱਖਿਆ ਤੇ ਇੱਕ ਸੀ ਜਿਹੜਾ ਉਹ ਸਰਹੰਦ ਨੂੰ ਚਲਿਆ ਗਿਆ, ਤੇ ਉੱਧਰ ਜਿਹੜਾ ਸਰਹੰਦ ਦਾ ਵਜੀਦਾ ਸੀ, ਉਹਦੀਆਂ ਵੀ ਫੌਜਾਂ ਲੱਭਦੀਆਂ ਫਿਰਦੀਆਂ ਸਨ। ਉਹਨੂੰ ਪਹਿਲਾਂ ਹੀ ਪਤਾ ਚੱਲ ਗਿਆ ਕਿ ਸਾਹਿਬਜ਼ਾਦੇ ਤੇ ਮਾਤਾ ਜੀ ਇੱਥੇ ਮੋਰਿੰਡੇ ਦੇ ਅੰਦਰ ਇੱਕ ਠਾਣੇ ਦੇ ਅੰਦਰ ਕੈਦ ਹਨ। ਉਹਨੇ ਆਪਣੇ ਸਿਪਾਹੀ ਜਿਹੜੇ ਸਨ ਉਹ ਪਹਿਲਾਂ ਹੀ ਆਪਣੀ ਇੱਕ ਟੁਕੜੀ ਦੇ ਕੇ ਇੱਧਰ ਨੂੰ ਭੇਜ ਦਿੱਤੇ ਕਿ ਸਾਹਿਬਜ਼ਾਦਿਆਂ ਨੂੰ ਵੀ ਤੇ ਮਾਤਾ ਨੂੰ ਵੀ ਇੱਥੇ ਸਰਹੰਦ ਦੇ ਅੰਦਰ ਲੈ ਕੇ ਆਓ। ਉੱਥੋਂ ਫਿਰ ਜਿਹੜੇ ਦੇ ਸਿਪਾਹੀ ਭੇਜੇ ਹੋਏ ਸਨ, ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ ਮੋਰਿੰਡੇ ਠਾਣੇ ਤੋਂ ਸਰਹੰਦ ਵੱਲ ਨੂੰ ਲੈ ਤੁਰੇ, ਤੇ ਰਸਤੇ ਦੇ ਅੰਦਰ ਕੋਈ ਭੋਜਨ ਨਹੀਂ, ਕੋਈ ਪਾਣੀ ਨਹੀਂ, ਭੁੱਖਣ ਭਾਣੇ ਦੋਵੇਂ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ ਇਹ ਵਿਖੜਾ ਪੈਂਡਾ ਸਫ਼ਰ ਤੈਅ ਕਰਦੇ ਹੋਏ ਜਦੋਂ ਸਰਹੰਦ ਦੇ ਅੰਦਰ ਪਹੁੰਚੇ, ਤੇ ਸਰਹੰਦ ਤੋਂ ਬਾਰ-ਬਾਰ ਉਹਨਾਂ ਨੇ ਆਪਣੇ ਗੱਡੇ ਰੋਕੇ ਤੇ ਇੱਕ ਬੰਦਾ ਭੇਜਿਆ, ਇੱਕ ਸਿਪਾਹੀ ਭੇਜਿਆ ਵੀ ਜਾ ਕੇ ਸੂਬੇ ਨੂੰ, ਵਜੀਦ ਖਾਂ ਨੂੰ ਪੁੱਛੋ ਵੀ ਇਹਨਾਂ ਨੂੰ ਰੱਖਣਾ ਕਿੱਥੇ ਹੈ। ਉਸ ਸਮੇਂ ਜਿਹੜਾ ਸੁੱਚਾ ਨੰਦ ਸੀ, ਜਿਹੜਾ ਇਹਨਾਂ ਦਾ ਅੱਗੇ ਖਬਰਾਂ ਦੇਣ ਵਾਲਾ ਖਬਰੀ ਸੀ, ਉਹ ਸੁੱਚਾ ਨੰਦ ਜਦੋਂ ਆਇਆ ਤੇ ਪਹਿਲਾਂ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਅਨੰਦਪੁਰ ਸਾਹਿਬ ਵੀ ਆਉਂਦਾ ਜਾਂਦਾ ਸੀ। ਜਦੋਂ ਮਾਤਾ ਜੀ ਨੇ ਵੇਖਿਆ ਕਿ ਤੇ ਸੁੱਚਾ ਨੰਦ ਹੈ, ਤੇ ਮਾਤਾ ਜੀ ਨੂੰ ਇਉਂ ਲੱਗਿਆ ਵੀ ਇਹ ਕੁਝ ਮਦਦ ਕਰੇਗਾ, ਹੁਣ ਇਹ ਸਾਨੂੰ ਇੱਥੋਂ ਬਚਾ ਲਏਗਾ, ਬੱਚਿਆਂ ਨੂੰ ਕੱਢ ਦੇਵੇਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਮਿਲਾ ਦੇਵੇਗਾ, ਕਿਉਂਕਿ ਗੰਗੂ ਨੇ ਵੀ ਪਹਿਲਾਂ ਇਹੀ ਵਾਅਦਾ ਕੀਤਾ ਸੀ ਤੇ ਗੰਗੂ ਨੇ ਵੀ ਉਹ ਧੋਖਾ ਕੀਤਾ।
ਇਸੇ ਤਰ੍ਹਾਂ ਜਦੋਂ ਇਹ ਸੁੱਚਾ ਆਨੰਦ ਆਇਆ ਤੇ ਇਹਦੇ ਅੰਦਰ ਵੀ ਈਰਖਾ ਸੀ, ਇਹਦੇ ਅੰਦਰ ਵੀ ਵੈਰ ਸੀ। ਜਿਵੇਂ ਦੀਵਾਨ ਚੰਦੂ ਨੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਲਈ ਆਪਣੀ ਲੜਕੀ ਦਾ ਰਿਸ਼ਤਾ ਭੇਜਿਆ ਸੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ ਸੀ ਅਤੇ ਉਹਨੇ ਵੀ ਫਿਰ ਉਹ ਈਰਖਾ 'ਚ ਆ ਕੇ, ਵੈਰ 'ਚ ਆ ਕੇ ਜਹਾਂਗੀਰ ਦੇ ਕੋਲ ਜਾ ਕੇ ਅਤੇ ਆਪਣੇ ਕੋਲੋਂ ਗੱਲਾਂ ਬਣਾ ਕੇ ਗੁਰੂ ਘਰ ਦੀ ਵਿਰੋਧਤਾ ਕੀਤੀ ਸੀ। ਉਸੇ ਤਰ੍ਹਾਂ ਹੀ ਇਹ ਸੁੱਚਾ ਆਨੰਦ ਸੀ ਜਿਹੜਾ ਇਹ ਵੀ ਆਪਣੀ ਲੜਕੀ ਦਾ ਰਿਸ਼ਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਵਾਸਤੇ ਲੈ ਕੇ ਗਿਆ ਸੀ। ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ ਸੀ ਕਿ ਇਹ ਮੁਸਲਮਾਨ ਜਿਹੜੇ ਹਨ, ਸਮੇਂ ਦੀਆਂ ਹਕੂਮਤਾਂ ਜਿਹੜੀਆਂ ਉਹਨਾਂ ਦੇ ਨਾਲ ਮਿਲੇ ਹੋਏ ਆ ਅਤੇ ਇਹ ਉਹਨਾਂ ਦੇ ਅਧੀਨ ਚੱਲਦੇ, ਇਹਨਾਂ ਦਾ ਕੋਈ ਦੀਨ ਧਰਮ ਹੈ ਨਹੀਂ। ਜਦੋਂ ਇਹ ਜਵਾਬ ਦਿੱਤਾ ਸੀ ਸਤਿਗੁਰਾਂ ਨੇ ਤਾਂ ਇਹਨੇ ਬੜਾ ਗੁੱਸਾ ਕੀਤਾ, ਈਰਖਾ ਕੀਤੀ ਸੀ। ਹੁਣ ਇਹਨੇ ਉਹ ਸਮਾਂ ਹੱਥ ਆ ਗਿਆ, ਇਹਨੇ ਜਾਣ ਸਾਰ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ ਕਹਿਣ ਲੱਗਿਆ ਜਾ ਕੇ ਵੀ ਵਜੀਦ ਖਾਂ ਦਾ ਸਰਹੰਦ ਦੇ ਸੂਬੇ ਦਾ ਇਹ ਹੁਕਮ ਹੈ ਕਿ ਮਾਤਾ ਗੁਜਰ ਕੌਰ ਜੀ ਨੂੰ ਤਾਂ ਠੰਡੇ ਬੁਰਜ ਦੇ ਅੰਦਰ ਲੈ ਜਾਓ, ਪਰ ਜਿਹੜੇ ਇਹ ਸਾਹਿਬਜ਼ਾਦੇ ਹਨ ਇਹਨਾਂ ਨੂੰ ਹੁਣੇ ਸਰਹੰਦ ਦੇ ਸੂਬੇ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਅਤੇ ਉਹ ਠੰਡਾ ਬੁਰਜ ਜਿਹਦੀਆਂ ਆਲੇ ਦੁਆਲੇ ਕੰਧਾਂ ਨਹੀਂ ਸਨ, ਕੇਵਲ ਪਿੱਲਰ ਸਨ, ਬੁਰਜੀਆਂ ਸਨ ਅਤੇ ਬੜੀ ਉੱਚੀ ਜਗ੍ਹਾ 'ਤੇ ਉਹ ਬਣਾਇਆ ਹੋਇਆ। ਅਤੇ ਕਿਉਂਕਿ ਨਾਲ ਉਹਦੇ ਦਰਿਆ ਚੱਲਦਾ ਸੀ ਉਸ ਸਮੇਂ ਅਤੇ ਠੰਡੀ ਹਵਾ ਉੱਥੇ ਆਉਂਦੀ। ਗਰਮੀਆਂ ਦੇ ਦਿਨਾਂ 'ਚ, ਜੇਠ ਹਾੜ੍ਹ ਦੇ ਦਿਨਾਂ 'ਚ ਜਿਹੜਾ ਇਹ ਸੂਬਾ ਸੀ ਵਜੀਦ ਖਾਂ ਉੱਥੇ ਆਪਣੀ ਕਚਹਿਰੀ ਲਾਉਂਦਾ, ਉੱਥੇ ਬੈਠਦਾ ਅਤੇ ਦੱਸਦੇ ਹਨ ਕਿ ਜੇਠ ਹਾੜ੍ਹ ਦੇ ਦਿਨਾਂ 'ਚ ਵੀ ਉੱਥੇ ਇੰਨੀ ਠੰਡ ਹੋ ਜਾਂਦੀ ਸੀ। ਐਸਾ ਉਸ ਤਰੀਕੇ ਦੇ ਨਾਲ ਬਣਾਇਆ ਹੋਇਆ ਸੀ। ਪਰ ਇਹਨਾਂ ਦਿਨਾਂ ਦੇ ਅੰਦਰ, ਪੋਹ ਦੇ ਦਿਨਾਂ ਦੇ ਅੰਦਰ ਕਿੰਨੀ ਠੰਡ ਹੋਏਗੀ ਉੱਥੇ, ਇਹਦਾ ਅੰਦਾਜ਼ਾ ਕੋਈ ਲਾ ਨਹੀਂ ਸਕਦਾ। ਜਦੋਂ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਦੇ ਅੰਦਰ ਲੈ ਗਏ ਅਤੇ ਸਾਹਿਬਜ਼ਾਦਿਆਂ ਨੂੰ ਇਸ ਸਰਹੰਦ ਦੇ ਸੂਬੇ ਦੇ ਸਾਹਮਣੇ ਵਜੀਦ ਖਾਂ ਦੇ ਪੇਸ਼ ਕੀਤਾ ਅਤੇ ਜਦੋਂ ਇਹ ਸਰਹੰਦ ਦਾ ਸੂਬਾ ਤਖ਼ਤ 'ਤੇ ਬੈਠਾ ਹੋਇਆ ਸੀ, ਜਾਣ ਸਾਰ ਸਾਹਿਬਜ਼ਾਦਿਆਂ ਨੇ ਜੋ ਗੁਰੂ ਘਰ ਦੀ ਰੀਤੀ ਮਰਿਆਦਾ ਹੈ, ਗੁਰ ਫਤਿਹ ਜਿਹੜੀ ਉੱਚੀ ਆਵਾਜ਼ ਦੇ ਅੰਦਰ ਗਜਾਈ ਅਤੇ ਉਹ ਜਿਹੜੇ ਅਹਿਲਕਾਰ ਸਨ, ਮੰਤਰੀ ਮੰਡਲ ਸੀ ਸਾਰਾ, ਉਹ ਸੁਣ ਕੇ ਵੇਖ ਕੇ ਹੈਰਾਨ ਹੋਇਆ। ਸੁੱਚਾ ਆਨੰਦ ਸੀ ਜਿਹੜਾ, ਉਹਨੇ ਵੀ ਆਖਿਆ ਵੀ ਤੁਸੀਂ ਫਤਿਹ ਨਾ ਬੁਲਾਓ ਇੱਥੇ ਤੇ ਸਲਾਮ ਜਿਹੜੀ ਹੈ ਨਾ ਉਹ ਕਬੂਲ ਹੁੰਦੀ ਹੈ ਅਤੇ ਤੁਸੀਂ ਆਪਣਾ ਸਿਰ ਝੁਕਾ ਕੇ ਅਤੇ ਵਜੀਦੇ ਨੂੰ ਸਲਾਮ ਕਰੋ। ਤਾਂ ਸਾਹਿਬਜ਼ਾਦਿਆਂ ਨੇ ਜਵਾਬ ਦੇ ਦਿੱਤਾ ਕਿ ਸਾਡੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਜਦੋਂ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਦੋਂ ਇਹ ਬਚਨ ਕੀਤੇ ਹੈ ਕਿ ਸਿਰ ਜਿਹੜਾ ਉਹ ਗੁਰੂ ਨੂੰ ਸਮਰਪਣ ਕਰ ਦੇਣਾ ਅਤੇ ਗੁਰੂ ਤੋਂ ਬਿਨਾਂ ਕਿਸੇ ਦੇ ਅੱਗੇ ਸਿਰ ਜਿਹੜਾ ਇਹ ਝੁਕਾਉਣਾ ਨਹੀਂ ਅਤੇ ਨਾ ਝੁਕਦਾ ਹੈ। ਜਦੋਂ ਇਹ ਜਵਾਬ ਦਿੱਤੇ ਸਾਹਿਬਜ਼ਾਦਿਆਂ ਨੇ ਬੜੇ ਨਿਰੁੱਤਰ ਕਰ ਦਿੱਤੇ ਅਤੇ ਹਰੇਕ ਗੱਲ ਦਾ ਜਵਾਬ ਸਾਹਿਬਜ਼ਾਦਿਆਂ ਨੇ ਬੜੇ ਧੀਰਜ ਦੇ ਨਾਲ ਅਤੇ ਬੜੀ ਚੜ੍ਹਦੀ ਕਲਾ ਦੇ ਨਾਲ ਜਦੋਂ ਦਿੱਤਾ ਅਤੇ ਸਰਹੰਦ ਦਾ ਜਿਹੜਾ ਸੂਬਾ ਸੀ ਉਹ ਕਹਿਣ ਲੱਗਿਆ ਵੀ ਅੱਜ ਦਾ ਦਿਨ ਇਹਨਾਂ ਨੂੰ ਵਾਪਸ ਠੰਡੇ ਬੁਰਜ ਦੇ ਅੰਦਰ ਮਾਤਾ ਦੇ ਕੋਲ ਛੱਡ ਆਓ, ਅਗਲੀ ਪੇਸ਼ੀ ਦੇ ਅੰਦਰ ਫਿਰ ਇਹਨਾਂ ਦੇ ਨਾਲ ਗੱਲ ਕਰਾਂਗੇ। ਅਤੇ ਜਦੋਂ ਉੱਥੇ ਛੱਡ ਆਂਦਾ ਗਿਆ ਅਤੇ ਮਾਤਾ ਗੁਜਰ ਕੌਰ ਜੀ ਸਾਰੀ ਰਾਤ ਸਾਹਿਬਜ਼ਾਦਿਆਂ ਨੂੰ ਆਪਣੇ ਦਾਦੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ, ਜਿਵੇਂ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਧਰਮ ਨਹੀਂ ਛੱਡਿਆ ਅਤੇ ਆਪਣੇ ਸੀਸ ਦਾ ਕੁਰਬਾਨ ਕਰਕੇ ਹਿੰਦੂ ਧਰਮ ਦੀ, ਤਿਲਕ ਜੰਝੂ ਦੀ ਵੀ ਰਾਖੀ ਕੀਤੀ, ਉੱਥੇ ਇਹਨਾਂ ਮੁਗਲਾਂ ਦੇ ਰਾਜ ਦਾ ਵੀ ਅੰਤ ਕੀਤਾ। ਇਹ ਸਾਰੀਆਂ ਵਾਰਤਾਵਾਂ, ਸਾਰੀਆਂ ਗੱਲਾਂ ਪੁਰਾਣੀਆਂ ਪੜਦਾਦੇ ਗੁਰੂ ਦੀਆਂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਵੇਂ ਜੰਗ ਯੁੱਧ ਲੜੇ, ਇਹ ਸਾਰੀ ਗੁਰੂ ਘਰ ਦੀ ਵਡਿਆਈ ਮਾਤਾ ਜੀ ਸੁਣਾਉਂਦੇ ਸਾਹਿਬਜ਼ਾਦਿਆਂ ਨੂੰ, ਨਾਲ ਗੁਰਬਾਣੀ ਦਾ ਪਾਠ ਕੋਲੇ ਬਿਠਾ ਕੇ ਸੁਣਾਉਂਦੇ। ਇਸੇ ਪ੍ਰਕਾਰ ਜਦੋਂ ਪਹਿਲੀ ਪੇਸ਼ੀ ਤੋਂ ਬਾਅਦ ਦੂਸਰੀ ਪੇਸ਼ੀ ਹੋਈ, ਦੂਸਰੀ ਪੇਸ਼ੀ ਵਾਲੇ ਦਿਨ ਜਿਹੜਾ ਸਰਹੰਦ ਦਾ ਸੂਬਾ ਸੀ ਉਸ ਨੇ ਬੜੀ ਸਖਤੀ ਦੇ ਨਾਲ
ਜਿਹੜਾ ਹੁਕਮ ਉਹ ਕੀਤਾ ਕਿ ਇਹਨਾਂ ਨੂੰ ਸਖਤੀ ਦੇ ਨਾਲ ਕੁਝ ਨਾ ਕੁਝ ਤਾੜ ਕੇ, ਡਰਾ ਕੇ, ਧਮਕਾ ਕੇ ਮਨਾਓ ਕਿ ਜੇ ਇਹ ਮੰਨ ਜਾਣ ਤੇ ਸਮਝ ਲਓ ਵੀ ਸਾਡੀ ਜਿੱਤ ਹੈ। ਉਸ ਸਮੇਂ ਫਿਰ ਜਿਹੜਾ ਇਹ ਸੱਚਾ ਆਨੰਦ ਸੀ ਇਹ ਕਾਫੀ ਗੁੱਸੇ ਦੇ ਵਿੱਚ ਆਇਆ। ਇਸ ਨੇ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਵੀ ਸਾਹਿਬਜ਼ਾਦਿਆਂ ਨੂੰ ਸੋਟੀਆਂ ਵੀ ਮਾਰੀਆਂ। ਉਸ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਸਭ ਕੁਝ ਕਰਕੇ ਵੇਖ ਲਿਆ, ਸਾਰੇ ਯਤਨ ਕਰ ਲਏ, ਫਿਰ ਇਹਨਾਂ ਨੇ ਲਾਲਚ ਦੇਣਾ ਚਾਹਿਆ ਕਿ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ, ਵਸਤੂਆਂ, ਸਾਰੇ ਸੁੱਖ ਆਰਾਮ ਦਿੰਦੇ। ਅਤੇ ਸਾਹਿਬਜ਼ਾਦੇ ਅੱਗੋਂ ਜਵਾਬ ਦਿੰਦੇ ਸੀ ਕਿ ਇਹ ਸਭ ਕੁਝ ਜਿਹੜੇ ਹਨ ਉਹ ਮੌਤ ਨੂੰ ਰੋਕ ਨਹੀਂ ਸਕਦੇ। ਮੌਤ ਨੇ ਤਾਂ ਆ ਹੀ ਜਾਣਾ, ਚਾਹੇ ਕਿੰਨੇ ਸੁੱਖ ਆਰਾਮ ਭੋਗ ਲਈਏ, ਮੌਤ ਜਿਹੜੀ ਹੈ ਉਹ ਤਾਂ ਅਟੱਲ ਸੱਚਾਈ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਸ ਕਰਕੇ ਆਪਣੇ ਧਰਮ ਨੂੰ ਪਿੱਠ ਦੇ ਕੇ, ਧਰਮ ਤੋਂ ਡਿੱਗ ਕੇ ਮਰਨਾ ਉਹ ਵੀ ਕੋਈ ਮਰਨਾ ਨਹੀਂ ਹੁੰਦਾ। ਸੱਚ ਅਤੇ ਧਰਮ ਲਈ, ਅਣਖ ਅਤੇ ਗੈਰਤ ਲਈ ਜੂਝ ਕੇ ਮਰ ਜਾਣਾ ਇਹ ਸਭ ਤੋਂ ਉੱਤਮ ਹੈ। ਇਸ ਪ੍ਰਕਾਰ ਇਹ 7 ਤੇ 9 ਸਾਲ ਦੇ ਸਾਹਿਬਜ਼ਾਦੇ ਸਤਿਗੁਰਾਂ ਦੇ ਉਸ ਸਰਹੰਦ ਦੀ ਧਰਤੀ ਦੇ ਅੰਦਰ ਬੜੀ ਕਚਹਿਰੀ ਲੱਗੀ ਹੋਈ ਹੈ। ਸਾਰੇ ਪਾਸੇ ਵੱਡੇ ਵੱਡੇ ਮੰਤਰੀ ਸੰਤਰੀ ਸੂਬਾ ਬੈਠਾ, ਪਰ ਸਾਹਿਬਜ਼ਾਦੇ ਬੜੀ ਚੜ੍ਹਦੀ ਕਲਾ ਦੇ ਨਾਲ ਜਵਾਬ ਦਿੰਦੇ ਆ ਹਰੇਕ ਗੱਲ ਦਾ। ਇਸ ਪ੍ਰਕਾਰ ਦੂਜੀ ਪੇਸ਼ੀ ਤੋਂ ਵੀ ਕੋਈ ਜਦੋਂ ਹੱਥ ਪੱਲਾ ਨਹੀਂ ਇਹਨਾਂ ਦੇ ਲੱਗਿਆ, ਫਿਰ ਇਹਨਾਂ ਨੇ ਵਾਪਸ ਭੇਜ ਦਿੱਤਾ। ਫਿਰ ਅਗਲੇ ਦਿਨ ਜੋ ਕੱਲ੍ਹ ਦਾ ਦਿਨ ਆਉਣਾ, ਉਦਣ ਸਾਹਿਬਜ਼ਾਦਿਆਂ ਦੀ ਜਿਵੇਂ ਸ਼ਹੀਦੀ ਹੋਈ, ਉਹ ਪ੍ਰਸੰਗ ਆਪਾਂ ਕੱਲ੍ਹ ਨੂੰ ਸਾਂਝਿਆ ਕਰਾਂਗੇ। ਉਹਦੇ ਨਾਲ ਨਾਲ ਹੁਣ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਜੋ ਚੱਲ ਰਹੀ ਹੈ ਸੋਰਠ ਰਾਗ ਦੇ ਅੰਦਰ, ਉਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਨੂੰ ਆਪਾਂ ਰਲ ਮਿਲ ਕੇ ਸਰਵਣ ਕਰੀਏ। ਸਾਰੀ ਸੰਗਤ ਪ੍ਰੇਮ ਦੇ ਨਾਲ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਸੋਰਠ ਰਾਗ ਦੇ ਅੰਦਰ ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਇਹ ਪਾਵਨ ਪਵਿੱਤਰ ਸ਼ਬਦ ਦੀ ਜੋ ਉਥਾਨਕਾ ਹੈ, ਜੋ ਇਤਿਹਾਸਕ ਪੱਖ ਹੈ ਕਿ ਕਿਸ ਸਮੇਂ ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕੀਤਾ। ਜਿਸ ਸਮੇਂ ਸਤਿਗੁਰੂ ਜੀ ਗੁਰੂ ਕੀ ਵਡਾਲੀ ਦੇ ਵਿੱਚ ਰਹੇ ਸਨ 1.5-2 ਸਾਲ, ਉੱਥੇ ਹੀ ਫਿਰ ਸਾਹਿਬਜ਼ਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਨਮ ਹੋਇਆ ਸੀ। ਗੁਰੂ ਕੀ ਵਡਾਲੀ ਦੇ ਅੰਦਰ ਅੰਮ੍ਰਿਤਸਰ ਸਾਹਿਬ ਤੋਂ ਕੁਝ ਦੂਰੀ 'ਤੇ ਅੱਗੇ ਨਗਰ ਹੈ ਗੁਰੂ ਕੀ ਵਡਾਲੀ। ਉੱਥੇ ਸਤਿਗੁਰੂ ਜੀ ਤਕਰੀਬਨ 1.5-2 ਸਾਲ ਰਹੇ ਸਨ ਅਤੇ ਉੱਥੇ ਹੀ ਸਾਹਿਬਜ਼ਾਦੇ ਦਾ ਜਨਮ ਹੋਇਆ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਅਤੇ ਜਦੋਂ ਜਨਮ ਤੋਂ ਬਾਅਦ ਅਤੇ ਇੱਧਰ ਜਿਹੜਾ ਉਸ ਸਮੇਂ ਹਾਲਾਤ ਸਨ, ਕਿਉਂਕਿ ਉਸ ਸਮੇਂ ਵੀ ਜਿਹੜਾ ਪ੍ਰਿਥੀ ਚੰਦ ਸੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਭਰਾ ਸੀ ਵੱਡਾ। ਜਦੋਂ ਗੁਰਤਾ ਗੱਦੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਿਲ ਗਈ ਅਤੇ ਫਿਰ ਇਹਨੇ ਵੈਰ ਵੱਢ ਲਿਆ। ਇਹਨੇ ਜਹਾਂਗੀਰ ਦੇ ਪਾਸ ਜਾ ਜਾ ਕੇ ਕਿ ਮੇਰਾ ਨਿਆਂ ਕਰਾਓ, ਵੱਡਾ ਪੁੱਤਰ ਮੈਂ ਹਾਂ, ਹੱਕਦਾਰ ਮੈਂ ਹਾਂ। ਇਹਨੇ ਫਿਰ ਉੱਥੋਂ ਕੁਝ ਮਾਇਆ ਦੇ ਦੇ ਕੇ ਉੱਥੋਂ ਦੇ ਜਿਹੜੇ ਕੋਈ ਫੌਜਦਾਰ ਸਨ ਉਹ ਖਰੀਦੇ, ਉਹਨਾਂ ਨੂੰ ਫਿਰ ਇੱਧਰ ਨੂੰ ਚੜ੍ਹਾਈ ਕਰਕੇ ਵੀ ਭੇਜਦਾ ਰਿਹਾ, ਪਰ ਉਹ ਰਸਤੇ 'ਚ ਹੀ ਖਤਮ ਹੋ ਜਾਂਦੇ ਸੀ। ਜਿਵੇਂ ਸੁਲਹੀ ਖਾਂ ਚੜ੍ਹਿਆ, ਸੁਲਭੀ ਖਾਂ ਚੜ੍ਹਿਆ, ਉਹ ਰਸਤੇ 'ਚ ਹੀ ਪਰਮੇਸ਼ਰ ਨੇ ਕੋਈ ਐਸੀ ਖੇਡ ਵਰਤਾਈ ਅਤੇ ਉਹ ਰਸਤੇ 'ਚ ਹੀ ਮਰ ਜਾਂਦੇ ਸਨ। ਇਸ ਪ੍ਰਕਾਰ ਇਹਨੇ ਉੱਥੇ ਇਹ ਸਾਰਾ ਆਪਣਾ ਚਲਾਇਆ ਹੋਇਆ ਸੀ। ਅਤੇ ਸਤਿਗੁਰੂ ਜੀ ਉੱਥੋਂ ਅੰਮ੍ਰਿਤਸਰ ਸਾਹਿਬ ਤੋਂ ਕੁਝ ਅੱਗੇ ਗੁਰੂ ਕੀ ਵਡਾਲੀ ਰਹਿੰਦੇ ਸਨ। ਅਤੇ ਜਦੋਂ ਇਹ ਸਾਰੀ ਗੱਲਬਾਤ ਸ਼ਾਂਤ ਹੋ ਗਈ, ਇੱਧਰੋਂ ਸਰਕਾਰੇ ਦਰਬਾਰੇ ਵੀ ਗੱਲ ਸਹੀ ਹੋ ਗਈ,
ਫਿਰ ਸਤਿਗੁਰੂ ਜੀ ਉੱਥੇ ਹਰਿਮੰਦਰ ਸਾਹਿਬ ਵਾਪਸ ਆਏ ਸਨ 2 ਸਾਲਾਂ ਤੋਂ ਬਾਅਦ। ਉੱਥੇ ਆਉਣ ਸਾਰ ਫਿਰ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਹੁਣ ਕੋਈ ਉਪਦੇਸ਼ ਬਖਸ਼ੋ, ਇੱਥੇ ਅੰਮ੍ਰਿਤਸਰ ਸਾਹਿਬ ਆਏ ਹੋ। ਉਦੋਂ ਫਿਰ ਸਤਿਗੁਰਾਂ ਨੇ ਇਹ ਪਾਵਨ ਪਵਿੱਤਰ ਸ਼ਬਦ ਜਿਹੜਾ ਸੀ ਉਚਾਰਨ ਕੀਤਾ ਸੀ, ਜਿਸ ਦੇ ਅੰਦਰ ਸਤਿਗੁਰਾਂ ਦੇ ਬਚਨ ਹਨ, ਕਰ ਇਸ਼ਨਾਨ ਗ੍ਰਹਿ ਆਏ, ਕਿ ਅਸੀਂ ਗੁਰੂ ਕੀ ਵਡਾਲੀ ਤੋਂ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਇਸ਼ਨਾਨ ਕਰਕੇ ਅਤੇ ਹੁਣ ਆਪਣੇ ਗ੍ਰਹਿ ਭਾਵ ਕਿ ਜਿਹੜੇ ਗੁਰੂ ਕੇ ਮਹਿਲ ਹਨ ਉਸ ਘਰ ਦੇ ਅੰਦਰ ਅਸੀਂ ਆਏ ਹਾਂ। ਜਿੱਥੇ ਇਤਿਹਾਸਕ ਪੱਖ ਤੋਂ ਵਿਚਾਰ ਹੈ, ਉੱਥੇ ਅਧਿਆਤਮਕ ਪੱਖ ਤੋਂ, ਕਿਉਂਕਿ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਦੋਹੇ ਰੂਪਾਂ ਦੇ ਅੰਦਰ ਹੀ ਉਪਦੇਸ਼ ਬਖਸ਼ਿਸ਼ ਕੀਤਾ ਗਿਆ। ਜਿੱਥੇ ਇਤਿਹਾਸਕ ਪੱਖ ਤੋਂ ਇਹ ਉਪਦੇਸ਼ ਹੈ, ਉੱਥੇ ਜੀਵ ਆਤਮਾ ਦੀ ਕਲਿਆਣ ਵਾਸਤੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਜਿਹੜੇ ਹਨ, ਜਿਹੜੇ ਪਰਮੇਸ਼ਰ ਦੀ ਖੋਜ ਕਰਨ ਵਾਲੇ ਹਨ, ਉਹਨਾਂ ਦੇ ਵਿੱਚ ਵੀ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤਾਂ ਸਤਿਗੁਰੂ ਜੀ ਉਚਾਰਨ ਕਰਦੇ ਹਨ, ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਉੱਤੇ ਪੂਰੇ ਗੁਰੂ ਨੇ ਕਿਰਪਾ ਧਾਰੀ ਦਾ ਅਰਥ ਹੁੰਦਾ ਕਰ ਦਿੱਤੀ ਹੈ, ਜਿਹਦੇ ਉੱਤੇ ਪੂਰਾ ਗੁਰੂ ਮਿਹਰਬਾਨ ਹੋ ਜਾਏ, ਕਿਰਪਾ ਕਰ ਦੇਵੇ। ਪ੍ਰਭ ਪੂਰੀ ਲੋਚ ਹਮਾਰੀ, ਉਹਦੀ ਜਿੰਨੀ ਲੋਚਾ ਹੈ, ਜਿੰਨੀਆਂ ਉਹਦੀਆਂ ਇਛਾਵਾਂ ਹਨ, ਉਹ ਸਾਰੀਆਂ ਹੀ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹ ਪੂਰੀਆਂ ਕਰ ਦਿੰਦਾ ਹੈ। ਸਾਰੀਆਂ ਉਹਦੀਆਂ ਇਛਾਵਾਂ, ਕੋਈ ਵੀ ਇੱਛਾ ਉਹਦੀ ਅਧੂਰੀ ਨਹੀਂ ਰਹਿੰਦੀ। ਜਿਹਦੇ 'ਤੇ ਗੁਰੂ ਮਿਹਰਬਾਨ ਹੋ ਜਾਏ, ਗੁਰੂ ਕਿਰਪਾ ਕਰ ਦੇਵੇ, ਪਰ ਗੁਰੂ ਪੂਰਾ ਹੋਵੇ। ਨਾਲ ਹੀ ਸਤਿਗੁਰਾਂ ਨੇ ਬਚਨ ਕੀਤਾ, ਗੁਰ ਪੂਰੈ। ਜੇ ਪੂਰਾ ਗੁਰੂ ਹੈ ਤਾਂ ਸਿੱਖ ਦੀਆਂ ਇਛਾਵਾਂ ਵੀ ਪੂਰੀਆਂ ਹੁੰਦੀਆਂ। ਜੇ ਸਿੱਖ ਕਿਸੇ ਅਧੂਰੇ ਗੁਰੂ ਦੇ ਲੜ ਲੱਗਿਆ, ਕਿਸੇ ਕੱਚੇ ਪਿੱਲੇ ਦੰਭੀ ਪਖੰਡੀ ਦੇ ਮਗਰ ਲੱਗਿਆ, ਫਿਰ ਸਤਿਗੁਰੂ ਜੀ ਕਹਿੰਦੇ ਇਛਾਵਾਂ ਦੀ ਪੂਰਤੀ ਨਹੀਂ ਹੁੰਦੀ। ਕਿਉਂਕਿ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਹਨ, ਕਾਚੇ ਗੁਰ ਤੇ ਮੁਕਤ ਨਾ ਹੂਆ। ਜਿਵੇਂ ਕੱਚੀ ਚੀਜ਼ ਜਿਹੜੀ ਹੈ ਉਹ ਜੇ ਆਪਾਂ ਖਾ ਲਈਏ, ਉਹ ਸਰੀਰ ਦੇ ਅੰਦਰ ਵੀ ਵਿਗਾੜ ਕਰ ਦਿੰਦੀ ਹੈ, ਪੇਟ ਖਰਾਬ ਕਰ ਦਿੰਦੀ ਹੈ, ਬਿਮਾਰੀਆਂ ਲਾ ਦਿੰਦੀ ਹੈ। ਇਸੇ ਤਰ੍ਹਾਂ ਹੀ ਜਿਹੜੇ ਕੋਈ ਕੱਚੇ ਹਨ, ਉਹਨਾਂ ਤੋਂ ਬਚ ਕੇ ਜਿਹੜਾ ਕੋਈ ਪੂਰੇ ਗੁਰੂ ਦੇ ਲੜ ਲੱਗ ਜਾਂਦਾ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ 10 ਪਾਤਸ਼ਾਹੀਆਂ, ਕਲਯੁਗ ਦੇ ਸਮੇਂ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਸਭ ਨੂੰ ਸਾਂਝਾ ਉਪਦੇਸ਼ ਕਰਨ ਵਾਲੇ ਪੂਰੇ ਗੁਰੂ ਹਨ, ਜਿਨ੍ਹਾਂ ਦੇ ਉੱਤੇ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ, ਉਹਨਾਂ ਦੀਆਂ ਸਾਰੀਆਂ ਇਛਾਵਾਂ ਲੋੜਾਂ ਜਿਹੜੀਆਂ ਹਨ ਅਧਿਆਤਮਕ ਪੱਖ ਦੀਆਂ, ਸੰਸਾਰੀ ਪੱਖ ਦੀਆਂ, ਉਹ ਸਾਰੀਆਂ ਹੀ ਪੂਰੀਆਂ ਹੋ ਗਈਆਂ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸਤਿਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਅੰਤਰ ਆਤਮੇ ਨਾਮ ਸਰੋਵਰ ਦੇ ਅੰਦਰ ਪਰਮੇਸ਼ਰ ਦੇ ਨਾਮ ਦੇ ਵਿੱਚ ਭਿੱਜ ਕੇ ਅਤੇ ਆਪਣੇ ਮਨ ਦਾ ਇਸ਼ਨਾਨ ਕੀਤਾ ਹੈ। ਕਿਉਂਕਿ ਇਸ਼ਨਾਨ ਗੁਰਮਤਿ ਦੇ ਅੰਦਰ 2 ਪ੍ਰਕਾਰ ਦਾ ਹੈ। ਜਿਵੇਂ ਆਪਾਂ ਅੰਮ੍ਰਿਤ ਵੇਲੇ ਉੱਠਦੇ ਹਾਂ, ਸਰੀਰ ਦਾ ਇਸ਼ਨਾਨ ਕਰਾਉਂਦੇ ਹਾਂ, ਸਫਾਈ ਕਰਦੇ ਹਾਂ, ਇਸੇ ਤਰ੍ਹਾਂ ਹੀ ਸਾਡੇ ਮਨ ਦਾ ਇਸ਼ਨਾਨ ਹੈ, ਜੋ ਬਾਣੀ ਦੁਆਰਾ, ਨਾਮ ਦੁਆਰਾ, ਸੇਵਾ ਦੁਆਰਾ ਹੁੰਦਾ ਹੈ। ਜਿਵੇਂ ਆਪਾਂ ਸਰੀਰ ਨੂੰ ਸਾਫ ਸੁਥਰਾ ਕਰਦੇ ਹਾਂ, ਮਿੱਟੀ ਮੈਲ ਘੱਟਾ ਲਾਉਣੇ ਆ ਪਾਣੀ ਦੇ ਨਾਲ, ਉਸੇ ਤਰ੍ਹਾਂ ਹੀ ਸਾਡੇ ਮਨ ਦੇ ਉੱਤੇ ਵੀ ਮੈਲ ਹੈ, ਮਨ ਦੇ ਉੱਤੇ ਵੀ ਔਗਣ ਵਿਕਾਰ ਜਿਹੜੇ ਹੈ ਉਹ ਚੜ੍ਹੇ ਹੋਏ ਹੈ। ਉਹਨਾਂ ਨੂੰ ਲਾਉਣ ਵਾਸਤੇ ਫਿਰ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਜਿਹੜਾ ਹੈ ਨਾ, ਇਹ ਉੱਤਮ ਹੈ। ਅਤੇ ਜਿਨ੍ਹਾਂ ਨੇ ਇਸ ਨਾਮ ਸਰੋਵਰ ਦੇ ਅੰਦਰ, ਸਾਧ ਸੰਗਤ ਰੂਪੀ ਸਰੋਵਰ ਦੇ ਅੰਦਰ ਆ ਕੇ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰਕੇ ਇਸ਼ਨਾਨ ਕੀਤਾ ਹੈ ਮਨ ਦਾ, ਗ੍ਰਹਿ ਆਏ, ਉਹ ਆਪਣੇ ਅਸਲੀ ਘਰ ਦੇ ਅੰਦਰ, ਜਿਹੜਾ ਅਸਲੀ ਟਿਕਾਣਾ ਹੈ, ਜਿਹੜਾ ਘਰ ਜਿਹੜਾ ਕਦੇ ਨਾਸ ਨਹੀਂ ਹੁੰਦਾ, ਨਾ ਸਾਨੂੰ ਉਹ ਘਰ ਛੱਡਣਾ ਹੀ ਪੈਂਦਾ। ਜਿਹੜੇ ਆਪਾਂ ਘਰਾਂ ਦੇ ਅੰਦਰ ਰਹਿੰਦੇ ਹਾਂ ਅਤੇ ਜਦੋਂ ਆਪਣਾ ਸਰੀਰ ਸ਼ਾਂਤ ਹੋ ਗਿਆ ਉਦੋਂ ਛੱਡਣਾ ਹੀ ਪੈਂਦਾ, ਉਦੋਂ ਘਰ ਦੇ ਵਿੱਚੋਂ ਬਾਹਰ ਆਪਾਂ ਨੂੰ ਲੈ ਕੇ ਹੀ ਜਾਂਦੇ ਆ। ਪਰ ਉਹ ਅਸਲੀ ਘਰ ਜਿਹੜਾ ਹੈ, ਉਹ ਘਰ ਦੇ ਅੰਦਰ ਕਦੇ ਆਉਣਾ ਜਾਣਾ ਨਹੀਂ ਹੁੰਦਾ, ਉੱਥੇ ਫਿਰ ਪੱਕਾ ਟਿਕਾਣਾ ਜੀਵ ਦਾ ਬਣ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਾਮ ਦੇ ਵਿੱਚ ਇਸ਼ਨਾਨ ਕਰਨ ਵਾਲੇ ਜਿਹੜੇ ਹਨ, ਉਹ ਅਸਲੀ ਘਰ ਦੇ ਅੰਦਰ ਆ ਜਾਂਦੇ ਆ। ਫਿਰ ਉਸ ਘਰ ਦੇ ਅੰਦਰ ਕੀ ਕੁਝ ਮਿਲਦਾ ਹੈ? ਆਨੰਦ ਮੰਗਲ ਸੁਖ ਪਾਏ। ਉੱਥੇ ਆਨੰਦ ਹੀ ਆਨੰਦ ਹੈ, ਮੰਗਲ, ਉੱਥੇ ਖੁਸ਼ੀਆਂ ਹੀ ਖੁਸ਼ੀਆਂ ਹਨ।
ਤੇ ਸੁਖ ਜਿਹੜਾ ਅਸਲੀ ਸੁਖ ਹੈ ਨਾ, ਉਹ ਉਸ ਘਰ ਦੇ ਅੰਦਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਸੰਤੋ ਰਾਮ ਨਾਮ ਨਿਸਤਰੀਐ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਬਚਨ ਕਰਦੇ ਹਨ, ਹੇ ਸੰਤੋ, ਹੇ ਸ਼ਾਂਤ ਚਿੱਤ ਮਹਾਤਮਾ ਜਨੋ, ਰਾਮ ਨਾਮ ਨਿਸਤਰੀਐ। ਰਾਮ ਦਾ ਜੋ ਨਾਮ ਹੈ ਉਹਦੇ ਦੁਆਰਾ ਹੀ ਨਿਸਤਰੀਐ, ਇਹ ਸੰਸਾਰ ਜਿਹੜਾ ਹੈ ਨਾ ਨਾਸਵਾਨ, ਇਹਦੇ ਤੋਂ ਤਰਿਆ ਜਾਂਦਾ। ਨਾਮ ਹੀ ਸਭ ਤੋਂ ਉੱਤਮ ਸਾਧਨ ਹੈ ਤਰਨ ਵਾਸਤੇ। ਤਰੀ ਦਾ ਉਸ ਜਗ੍ਹਾ ਤੋਂ ਹੈ ਜਿਵੇਂ ਸਮੁੰਦਰ ਹੈ, ਸਮੁੰਦਰ ਨੂੰ ਜੇ ਪਾਰ ਕਰਨਾ ਹੋਵੇ, ਕਿਸੇ ਨਦੀ ਨਾਲੇ ਨੂੰ ਵੱਡੇ ਨੂੰ ਪਾਰ ਕਰਨਾ ਹੋਵੇ, ਉਹਦੇ ਵਾਸਤੇ ਜਹਾਜ਼ ਹਨ, ਬੇੜੇ ਹਨ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਜਿਹੜਾ ਇਹ ਸੰਸਾਰ ਸਮੁੰਦਰ ਹੈ, ਇਹਨੂੰ ਤਰਨ ਵਾਸਤੇ ਪਰਮੇਸ਼ਰ ਦਾ ਨਾਮ ਜਹਾਜ਼ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨਹਾਰ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੋ ਰਮਿਆ ਹੋਇਆ ਰਾਮ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਨਾਮ ਨੂੰ ਜਪ ਕੇ ਹੇ ਸੰਤ ਜਨੋ, ਸਾਧੂ ਜਨੋ, ਇਹ ਸੰਸਾਰ ਤੋਂ ਤਰੀਦਾ ਹੈ। ਤੇ ਫਿਰ ਅੱਗੇ ਸਿੱਖ ਜਗਿਆਸੂ ਜਿਹੜਾ ਹੈ ਉਹ ਸਵਾਲ ਕਰਦਾ ਹੈ ਕਿ ਰਾਮ ਦੇ ਨਾਮ ਨੂੰ ਮਹਾਰਾਜ ਕਿਵੇਂ ਜਪਣਾ ਹੈ, ਕਦੋਂ ਜਪਣਾ ਹੈ, ਕਿੰਨਾ ਚਿਰ ਜਪਣਾ ਹੈ। ਤਾਂ ਸਤਿਗੁਰੂ ਜੀ ਜਵਾਬ ਦਿੰਦੇ ਹਨ, ਊਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੁਕ੍ਰਿਤ ਕਰੀਐ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ ਕਿ ਪਰਮੇਸ਼ਰ ਦੇ ਨਾਮ ਨੂੰ ਊਠਤ ਬੈਠਤ, ਉੱਠਦਿਆਂ ਬਹਿੰਦਿਆਂ ਹਰ ਹਰ ਧਿਆਈਐ। ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ, ਉਹਦੇ ਨਾਮ ਨੂੰ ਧਿਆਈਏ। ਊਠਤ ਤੋਂ ਭਾਵ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ, ਬੈਠਤ ਤੋਂ ਭਾਵ ਕਿ ਚੌਂਕੜਾ ਮਾਰ ਕੇ ਬੈਠ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ। ਜਾਂ ਇਸੇ ਪ੍ਰਕਾਰ ਊਠਤ ਬੈਠਤ, ਇਹ ਸੰਸਾਰ ਦੇ ਜਿੰਨੇ ਸੁੱਖ ਆਰਾਮ ਹਨ, ਸੰਸਾਰ ਦੇ ਜਿਹੜੇ ਵਿਸ਼ੇ ਵਿਕਾਰ ਹਨ, ਇਹਨਾਂ ਤੋਂ ਬਿਰਤੀ ਨੂੰ ਉੱਪਰ ਉੱਠ ਕੇ, ਇਹਨਾਂ ਤੋਂ ਉਪਰਾਮ ਹੋ ਕੇ ਉੱਚਾ ਉੱਠ ਕੇ ਤੇ ਬੈਠਤ ਸਾਧ ਸੰਗਤ ਦੇ ਅੰਦਰ ਬੈਠ ਕੇ ਉਦਮ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਈਏ ਤੇ ਅਨ ਦਿਨ ਸੁਕ੍ਰਿਤ ਕਰੀਏ। ਮਹਾਰਾਜ ਕਹਿੰਦੇ ਦਿਨ ਰਾਤ ਜਿਹੜੀ ਸ੍ਰੇਸ਼ਟ ਕਿਰਤ ਹੈ ਉਸ ਨੂੰ ਕਰੀਏ, ਜਿਹੜੀ ਧਰਮ ਦੀ ਕਿਰਤ ਹੈ, ਜਿਹਦੇ ਅੰਦਰ ਕੋਈ ਠੱਗੀ ਨਹੀਂ, ਕੋਈ ਧੋਖਾ ਨਹੀਂ, ਕੋਈ ਛਲ ਨਹੀਂ, ਉਸ ਕਿਰਤ ਨੂੰ ਕਰੀਏ। ਕਿਉਂਕਿ ਕਿਰਤ ਕਰਕੇ ਹੀ ਜੀਵ ਦਾ ਨਾਮ ਪੈ ਜਾਂਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਇਹ ਬਚਨ ਉਚਾਰਨ ਕੀਤੇ ਹਨ, ਸੁਕ੍ਰਿਤ ਕਰਮ ਜਿਉ ਜਗ ਮੈਂ ਕਰਹੀ। ਕਿ ਜਿਹੜਾ ਮਨੁੱਖ ਸੰਸਾਰ ਦੇ ਅੰਦਰ ਚੰਗੇ ਕਰਮ ਕਰਦਾ, ਨਾਮ ਦੇਵਤਾ ਜਗਤ ਕਹਾਵੈ, ਉਹਨੂੰ ਸੰਸਾਰ ਦੇ ਅੰਦਰ ਲੋਕ ਦੇਵਤਾ ਕਹਿੰਦੇ ਆ, ਜਿਹਦੇ ਕਰਮ ਚੰਗੇ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਆਪਣੇ ਕਰਮ ਜਿਹੜੇ ਹਨ ਉਹ ਚੰਗੇ ਪੁੰਨ ਰੂਪ, ਜਿਹੜੇ ਧਰਮ ਦੇ ਅਨੁਕੂਲ ਕਰਮ ਹਨ ਉਹਨਾਂ ਨੂੰ ਕਰੀਏ, ਉਸ ਕਿਰਤ ਨੂੰ ਕਰੀਏ ਤੇ ਪਰਮੇਸ਼ਰ ਦੇ ਨਾਮ ਨੂੰ ਉੱਠਦਿਆਂ ਬਹਿੰਦਿਆਂ ਹਰ ਸਮੇਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਹਰ ਇੱਕ ਸਾਹ ਦੇ ਨਾਲ ਉਹਨੂੰ ਧਿਆਉਣ ਦਾ ਯਤਨ ਕਰੀਏ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਉਚਾਰਨ ਕਰਦੇ ਹਨ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ ਕਿ ਗੁਰਸਿੱਖੋ, ਸੰਤ ਕਾ ਮਾਰਗ, ਸਾਧੂ ਦਾ ਮਾਰਗ, ਰੱਬ ਦੇ ਪਿਆਰਿਆਂ ਦਾ ਰਸਤਾ ਜਿਹੜਾ ਹੈ, ਧਰਮ ਕੀ ਪੌੜੀ, ਜਿਹੜੀ ਧਰਮ ਦੀ ਪੌੜੀ ਹੈ ਉਹਦੇ 'ਤੇ ਚੱਲਣਾ। ਧਰਮ ਦੀ ਪੌੜੀ 'ਤੇ ਚੱਲ ਕੇ ਹੀ ਕੋਈ ਧਰਮੀ ਬਣ ਸਕਦਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਰਮਾਂ ਦਾ ਜ਼ਿਕਰ ਕੀਤਾ ਆਸਾ ਦੀ ਵਾਰ ਦੇ ਅੰਦਰ, ਤੇ ਸਤਿਗੁਰਾਂ ਨੇ ਬਚਨ ਉਚਾਰਨ ਕੀਤੇ, ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ, ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪਰਾਕ੍ਰਿਤ ਹੈ, ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਉ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਉ। ਇੱਥੇ ਸ਼ਬਦੰ ਦਾ ਅਰਥ
ਧਰਮ ਕੀਤਾ ਜਾਂਦਾ। ਟੀਕਿਆਂ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਯੋਗ ਸ਼ਬਦੰ ਗਿਆਨ ਸ਼ਬਦੰ, ਜਿਹੜਾ ਯੋਗੀਆਂ ਦਾ ਧਰਮ ਹੈ ਕਿ ਗਿਆਨ ਦੀ ਪ੍ਰਾਪਤੀ ਕਰਨੀ। ਗਿਆਨ ਕੀ ਹੈ ਕਿ ਸਵਾਸ ਕਿਵੇਂ ਚੜ੍ਹਾਉਣੇ ਹੈ, ਦਸਮ ਦੁਆਰ ਕਿਵੇਂ ਖੋਲ੍ਹਣਾ ਹੈ, ਸਮਾਧੀ ਕਿਵੇਂ ਲਾਉਣੀ ਹੈ, ਰਿੱਧੀਆਂ ਸਿੱਧੀਆਂ ਕਿਵੇਂ ਆਉਣਗੀਆਂ। ਇਹ ਸਾਰਾ ਯੋਗ ਮਤ ਦਾ ਜਿਹੜਾ ਗਿਆਨ ਹੈ ਉਹ ਪ੍ਰਾਪਤ ਕਰਨਾ ਸਤਿਗੁਰੂ ਜੀ ਕਹਿੰਦੇ ਯੋਗੀਆਂ ਦਾ ਧਰਮ ਹੈ। ਇਸੇ ਪ੍ਰਕਾਰ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ। ਬ੍ਰਾਹਮਣਾਂ ਦਾ ਧਰਮ ਕੀ ਹੈ? ਵੇਦਾਂ ਨੂੰ ਪੜ੍ਹਨਾ ਪੜ੍ਹਾਉਣਾ। ਖੱਤਰੀ ਸ਼ਬਦੰ ਸੂਰ ਸ਼ਬਦੰ, ਜਿਹੜੇ ਕੋਈ ਛਤਰੀ ਹਨ ਉਹਨਾਂ ਦਾ ਧਰਮ ਕੀ ਹੈ ਕਿ ਜੰਗ ਦੇ ਮੈਦਾਨ ਦੇ ਅੰਦਰ ਜੂਝਣਾ, ਲੜਾਈ ਕਰਨੀ, ਜੰਗ ਯੁੱਧ ਕਰਨਾ। ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ। ਸ਼ੂਦਰਾਂ ਦਾ ਧਰਮ ਕੀ ਬਣਾਇਆ ਹੋਇਆ ਕਿ ਸੇਵਾ ਕਰਨੀ। ਪਰ ਸਤਿਗੁਰੂ ਜੀ ਕਹਿੰਦੇ ਸਰਬ ਸ਼ਬਦੰ ਏਕ ਸ਼ਬਦੰ, ਸਾਰੇ ਧਰਮਾਂ ਦੇ ਵਿੱਚੋਂ ਇੱਕੋ ਧਰਮ ਕੀ ਹੈ ਕਿ ਉਹ ਇੱਕ ਦੀ ਪਛਾਣ ਕਰਨੀ। ਜਿਹੜਾ ਸ਼ੂਦਰ ਦੇ ਅੰਦਰ ਵੀ ਹੈ, ਜਿਹੜਾ ਬ੍ਰਾਹਮਣ ਦੇ ਅੰਦਰ ਵੀ ਹੈ, ਜਿਹੜਾ ਖੱਤਰੀ ਦੇ ਅੰਦਰ ਵੀ ਹੈ, ਜਿਹੜਾ ਜੋਗੀਆਂ ਦੇ ਅੰਦਰ ਵੀ ਬੈਠਾ ਹੈ, ਉਹ ਇੱਕੋ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ। ਉਸ ਦੀ ਜੋਤ ਨੂੰ ਸਭ ਦੇ ਅੰਦਰ ਵੇਖਣਾ। ਇਹ ਸਤਿਗੁਰੂ ਜੀ ਕਹਿੰਦੇ ਸਭ ਤੋਂ ਉੱਤਮ ਧਰਮ ਜਿਹੜਾ ਉਹ ਗੁਰਮਤਿ ਦੇ ਅੰਦਰ ਹੈ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ, ਜਿਹੜਾ ਇਸ ਧਰਮ 'ਤੇ ਚੱਲਦਾ ਹੈ ਕਿ ਸਭ ਦੇ ਅੰਦਰ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਇਸ ਧਰਮ 'ਤੇ ਜਿਹੜਾ ਚੱਲਦਾ ਹੈ ਨਾਨਕ ਤਾ ਕਾ ਦਾਸ ਹੈ। ਸਤਿਗੁਰੂ ਜੀ ਕਹਿੰਦੇ ਅਸੀਂ ਉਹਦੇ ਦਾਸ ਹਾਂ। ਸੋਈ ਨਿਰੰਜਨ ਦਿਓ, ਉਹਦੇ ਵਿੱਚ ਅਤੇ ਉਸ ਨਿਰੰਜਨ ਜੋ ਮਾਇਆ ਦੀ ਕਾਲਖ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਵਿੱਚ ਕੋਈ ਫਰਕ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ। ਧਰਮ ਕੀ ਹੈ? ਜਿਸ ਨੂੰ ਧਾਰਨ ਕੀਤਾ ਜਾਵੇ। ਧਰਮ ਕਿਸੇ ਲਿਬਾਸ ਦਾ ਨਾਮ ਨਹੀਂ ਕਿ ਇੱਦਾਂ ਦੇ ਇਸ ਰੰਗ ਦੇ ਕੋਈ ਲਿਬਾਸ ਪਾਊਗਾ ਅਤੇ ਉਹ ਧਰਮੀ ਹੈ, ਜੇ ਕੋਈ ਇੱਦਾਂ ਦੇ ਚਿੰਨ੍ਹ ਧਾਰਨ ਕਰੂਗਾ ਅਤੇ ਉਹ ਧਰਮੀ ਹੈ। ਪਰ ਸਤਿਗੁਰੂ ਜੀ ਕਹਿੰਦੇ ਜਿਹੜਾ ਚੰਗੇ ਗੁਣਾਂ ਨੂੰ ਧਾਰਨ ਕਰ ਲੈਂਦਾ ਉਹ ਧਰਮੀ ਹੈ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਸਤਿਗੁਰੂ ਜੀ ਕਹਿੰਦੇ ਇਹ ਦੋ ਕੰਮ ਕਰਨ ਵਾਲਾ ਬੰਦਾ ਧਰਮੀ ਹੈ, ਚਾਹੇ ਉਹ ਕਿਸੇ ਹੀ ਧਰਮ ਦੇ ਅੰਦਰ ਹੈ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ। ਜਿਹੜਾ ਹਰਿ ਕੋ ਨਾਮ ਜਪ, ਹਰੀ ਪਰਮੇਸ਼ਰ ਦੇ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਹੈ ਅਤੇ ਨਿਰਮਲ ਕਰਮ, ਜਿਹਦੇ ਕਰਮ ਜਿਹੜੇ ਆ ਉਹ ਨਿਰਮਲ ਹਨ, ਮੈਲ ਤੋਂ ਰਹਿਤ ਹਨ, ਉਜਲੇ ਅਤੇ ਪਵਿੱਤਰ ਕਰਮ ਜਿਹਦੇ ਆ ਉਹ ਸਤਿਗੁਰੂ ਜੀ ਕਹਿੰਦੇ ਧਰਮੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ। ਨੀਤੀਵਾਨਾਂ ਨੇ ਆਪਣੇ ਗ੍ਰੰਥਾਂ ਦੇ ਅੰਦਰ ਧਰਮ ਦੀ ਪਰਿਭਾਸ਼ਾ ਲਿਖੀ ਹੈ। ਉਹਨਾਂ ਨੇ ਬਚਨ ਲਿਖੇ ਹਨ ਕਿ ਧਰਮ ਕਿਸ ਨੂੰ ਆਖਿਆ ਜਾਂਦਾ। ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ ਬਚਨ, ਤਪ ਦਾਨ, ਸ਼ੌਚ, ਸੀਲ, ਤ੍ਰਿਸ਼ਨਾ ਬਿਨਾ, ਧਰਮ ਲਿੰਗ 10 ਜਾਨ। ਉਹਨਾਂ ਨੇ ਧਰਮ ਦੀਆਂ 10 ਨਿਸ਼ਾਨੀਆਂ ਦੱਸੀਆਂ ਕਿ ਧਰਮ ਕੀ ਹੈ। ਕਹਿੰਦੇ ਹਨ ਕਿ ਖਿਮਾ, ਕਿਸੇ ਨੂੰ ਮਾਫ਼ ਕਰਨਾ। ਅਹਿੰਸਾ, ਕਿਸੇ ਗਊ ਗਰੀਬ 'ਤੇ ਜ਼ੁਲਮ ਨਾ ਕਰਨਾ। ਦਇਆ, ਅੰਦਰ ਤਰਸ ਆਉਣਾ ਕਿਸੇ ਦਾ ਦੁੱਖ ਵੇਖ ਕੇ। ਇਸੇ ਤਰ੍ਹਾਂ ਖਿਮਾ, ਅਹਿੰਸਾ, ਦਇਆ, ਮ੍ਰਿਦ, ਆਪਣੀ ਰਸਨਾ ਤੋਂ ਕੋਮਲ ਅਤੇ ਮਿੱਠੇ ਬਚਨ ਜਿਹੜੇ ਉਹ ਉਚਾਰਨ ਕਰਨੇ। ਕਿਸੇ ਨੂੰ ਫਿੱਕਾ ਨਾ ਬੋਲਣਾ, ਕਿਸੇ ਦੀ ਨਿੰਦਿਆ ਨਾ ਕਰਨੀ, ਕਿਸੇ ਦੀ ਚੁਗਲੀ ਨਾ ਕਰਨੀ, ਝੂਠ ਨਾ ਬੋਲਣਾ। ਇਸੇ ਪ੍ਰਕਾਰ ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ ਬਚਨ, ਤਪ ਦਾਨ, ਸੱਚੇ ਬਚਨ ਬੋਲਣੇ, ਤਪ ਕਰਨਾ, ਦਾਨ ਕਰਨਾ, ਸ਼ੌਚ, ਸੀਲ, ਤ੍ਰਿਸ਼ਨਾ ਬਿਨਾ। ਜਿਨ੍ਹਾਂ ਦੇ ਅੰਦਰ ਇਹ ਗੁਣ ਹੁੰਦੇ ਹਨ ਅਤੇ ਉਹ ਨੀਤੀਵਾਨਾਂ ਨੇ ਬਚਨ ਲਿਖੇ ਵੀ ਉਹ ਧਰਮੀ ਹੈ। ਇਸ ਕਰਕੇ ਸਤਿਗੁਰੂ ਜੀ ਇੱਥੇ ਉਚਾਰਨ ਕਰਦੇ ਹਨ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ। ਜਿਹੜੇ ਸਾਧੂ ਹਨ, ਸੰਤ ਹਨ, ਉਹਨਾਂ ਦਾ ਰਸਤਾ ਕੀ ਹੈ? ਧਰਮ ਦੀ ਪੌੜੀ। ਜਾਂ ਇਸੇ ਪ੍ਰਕਾਰ ਜੋ ਸਾਧੂ ਸੰਤਾਂ ਦਾ ਮਾਰਗ ਜਿਹੜਾ ਹੈ ਧਰਮ ਦਾ, ਉਹਦੇ 'ਤੇ ਚੱਲ ਕੇ ਜਿਹੜੀ ਭਗਤੀ ਰੂਪੀ ਪੌੜੀ ਹੈ ਉਹਨੂੰ ਪ੍ਰਾਪਤ ਕਰਨਾ। ਕੋ ਵੱਡ ਭਾਗੀ ਪਾਏ। ਪਰ ਸਤਿਗੁਰੂ ਜੀ ਕਹਿੰਦੇ ਇਸ ਦਾਤ ਨੂੰ ਕੋਈ ਵੱਡਿਆਂ ਭਾਗਾਂ ਵਾਲਾ ਹੀ ਪ੍ਰਾਪਤ ਕਰਦਾ ਹੈ। ਜਿਹਦੇ ਉੱਤੇ ਪਰਮੇਸ਼ਰ ਕਿਰਪਾ ਕਰ ਦੇਵੇ ਉਹੀ ਇਸ ਰਸਤੇ 'ਤੇ ਤੁਰ ਕੇ ਆਪਣੇ ਜੀਵਨ ਨੂੰ ਸੰਵਾਰਦਾ ਹੈ। ਜਾਂ ਜਿਹੜਾ ਇਸ ਪਾਵਨ ਬਾਣੀ ਦੇ ਲੜ ਲੱਗ ਜਾਂਦਾ, ਸਾਧ ਸੰਗਤ ਕਰਨ ਲੱਗ ਜਾਂਦਾ,
ਉਹਦੇ ਅੰਦਰ ਇਹ ਸੰਸਕਾਰ ਬਣ ਜਾਂਦਾ ਧਰਮ ਦਾ। ਅਤੇ ਜਿਵੇਂ ਜਿਵੇਂ ਉਹ ਸੰਸਕਾਰ ਬਣਦਾ ਜਾਂਦਾ, ਉਹ ਆਪਣੇ ਆਪ ਉਹਦੇ ਅੰਦਰ ਚੰਗੇ ਗੁਣ ਜਿਹੜੇ ਆ ਪੈਦਾ ਹੋ ਜਾਂਦੇ। ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਉਚਾਰਨ ਕਰਦੇ ਹਨ। ਕੋਟ ਜਨਮ ਕੇ ਕਿਲ ਬਿਖ ਨਾਸੇ, ਹਰ ਚਰਨੀ ਚਿਤ ਲਾਏ। ਸਤਿਗੁਰੂ ਜੀ ਕਹਿੰਦੇ ਜਿਹੜਾ ਇਸ ਮਾਰਗ 'ਤੇ ਚੱਲ ਪੈਂਦਾ, ਜਿਹੜਾ ਇੱਦਾਂ ਦਾ ਧਰਮੀ ਬਣ ਜਾਂਦਾ, ਕੋਟ ਜਨਮ ਕੇ ਕਿਲ ਬਿਖ ਨਾਸੇ। ਸਤਿਗੁਰੂ ਜੀ ਕਹਿੰਦੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਉਹਦੇ ਜਿਹੜੇ ਕਿਲ ਬਿਖ ਪਾਪ ਹਨ ਉਹ ਨਾਸੇ ਨਾਸ ਹੋ ਜਾਂਦੇ ਆ। ਕਿਲ ਬਿਖ ਪਾਪ ਜਿਹੜੇ ਬੱਜਰ ਪਾਪ ਹਨ, ਸਭ ਤੋਂ ਵੱਡੇ ਪਾਪ ਹਨ। ਜਿਵੇਂ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕੀਤੇ ਹਨ, ਬ੍ਰਾਹਮਣ ਕੈਲੀ ਘਾਤ ਕੰਜਕਾ, ਅਣਚਾਰੀ ਕਾ ਧਾਨ। ਜਿਹੜਾ ਕੋਈ ਰੱਬ ਦੀ ਬੰਦਗੀ ਕਰਨ ਵਾਲਾ, ਪਰਮੇਸ਼ਰ ਦੀ ਭਗਤੀ ਕਰਨ ਵਾਲਾ ਸਾਧੂ ਸੰਤ ਹੈ, ਉਸ ਦਾ ਕਤਲ ਕਰ ਦੇਣਾ, ਇਹ ਸਭ ਤੋਂ ਵੱਡਾ ਪਾਪ ਹੈ। ਇਸੇ ਪ੍ਰਕਾਰ ਕੋਈ ਗਊ ਗਰੀਬ ਨੂੰ, ਮਜ਼ਲੂਮ ਨੂੰ, ਦੁਖੀ ਨੂੰ ਮਾਰ ਦੇਣਾ। ਇਸੇ ਪ੍ਰਕਾਰ ਫਿਰ ਕਿਸੇ ਕੰਨਿਆ ਨੂੰ ਮਾਰ ਦੇਣਾ, ਘਾਤ ਕੰਜਕਾ। ਇਹ ਸਤਿਗੁਰੂ ਜੀ ਕਹਿੰਦੇ 4 ਕਿਲਬਿਖ ਪਾਪ ਮੰਨੇ ਹਨ। ਅਤੇ ਇਹ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਨਾਸ ਹੋ ਜਾਂਦੇ ਹੈ ਜੇ ਕਿਸੇ ਨੇ ਕੀਤੇ ਹੁੰਦੇ ਹੈ। ਉਹ ਕਰੋੜਾਂ ਜਨਮਾਂ ਦੇ ਉਹਦੇ ਪਾਪ ਲੈ ਜਾਂਦੇ ਆ। ਜਿਹੜਾ ਹਰ ਚਰਨੀ ਚਿੱਤ ਲਾਏ, ਹਰੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਆਪਣੇ ਚਿੱਤ ਨੂੰ ਲਾਉਂਦਾ ਹੈ। ਪਰਮੇਸ਼ਰ ਦੇ ਚਰਨ ਕੀ ਹਨ? ਪਰਮੇਸ਼ਰ ਦਾ ਨਾਮ ਉਹਦੇ ਚਰਨ ਹਨ। ਗੁਰੂ ਕੀ ਪਾਵਨ ਬਾਣੀ ਦੇ ਸ਼ਬਦ ਜਿਹੜੇ ਹਨ ਉਹ ਗੁਰੂ ਕੇ ਚਰਨ ਹਨ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਜਾਂ ਇਸੇ ਪ੍ਰਕਾਰ ਜਾਪ ਸਾਹਿਬ ਦੇ ਅੰਦਰ ਚਿੱਤ ਚਰਨ ਨਾਮ, ਪਰਮੇਸ਼ਰ ਦੇ ਨਾਮ ਦੇ ਵਿੱਚ ਚਿੱਤ ਜੋੜੀ ਰੱਖਣਾ, ਇਹੀ ਸਤਿਗੁਰੂ ਜੀ ਕਹਿੰਦੇ ਉਹਦੇ ਚਰਨ ਹਨ ਪਰਮੇਸ਼ਰ ਦੇ। ਆਪਣੇ ਹਿਰਦੇ ਦੇ ਅੰਦਰ, ਮਨ ਦੇ ਅੰਦਰ ਪਰਮੇਸ਼ਰ ਦਾ ਨਾਮ ਜਪੀ ਜਾਣਾ, ਜਾਂ ਮੂਲ ਮੰਤਰ ਦਾ ਅਭਿਆਸ ਕਰੀ ਜਾਣਾ, ਜਾਂ ਗੁਰੂ ਕੀ ਪਾਵਨ ਬਾਣੀ ਦੇ ਕਿਸੇ ਸ਼ਬਦ ਦਾ ਅਭਿਆਸ ਕਰੀ ਜਾਣਾ। ਇਹ ਪਰਮੇਸ਼ਰ ਦੇ ਚਰਨ ਜਿਹੜੇ ਹਨ ਉਹ ਇੱਦਾਂ ਹਿਰਦੇ 'ਚ ਵਸਦੇ ਆ। ਅਤੇ ਜਿਨ੍ਹਾਂ ਦਾ ਚਿੱਤ ਕਹਿੰਦੇ ਹਰੀ ਪਰਮੇਸ਼ਰ ਦੇ ਨਾਮ ਰੂਪ ਜਾਂ ਸ਼ਬਦ ਰੂਪ ਚਰਨਾਂ ਦੇ ਵਿੱਚ ਲੱਗਾ ਹੈ, ਉਹਨਾਂ ਦੇ ਇਹ ਸਾਰੇ ਪਾਪ ਜਿਹੜੇ ਲਹਿ ਜਾਂਦੇ ਹਨ। ਉਸਤਤ ਕਰਹੁ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਸਤਿਗੁਰੂ ਜੀ ਕਹਿੰਦੇ ਹਨ ਜੇ ਉਸਤਤੀ ਕਰਨੀ ਹੈ, ਜੇ ਵਡਿਆਈ ਕਰਨੀ ਹੈ, ਤੇ ਕਰਹੁ ਸਦਾ ਪ੍ਰਭ ਆਪਣੇ, ਆਪਣੇ ਪ੍ਰਭੂ ਦੀ, ਪਰਮੇਸ਼ਰ ਦੀ, ਉਹਦੀ ਉਸਤਤੀ ਕਰੀਏ, ਉਹਦੀ ਵਡਿਆਈ ਕਰੀਏ, ਉਹ ਪਰਮੇਸ਼ਰ ਦਾ ਜਸ ਕਰੀਏ। ਜਿਵੇਂ ਸਤਿਗੁਰਾਂ ਦੇ ਆਪਾਂ ਬਚਨ ਪੜ੍ਹਦੇ ਹਨ ਕਿ ਜਿਹੜਾ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਲੱਗ ਜਾਂਦਾ, ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਤਾਂ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਬਣ ਜਾਂਦਾ ਜਿਹੜਾ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਲੱਗ ਜਾਏ। ਅਤੇ ਉਸਤਤ ਕਰੋ, ਉਸਤਤੀ ਵਡਿਆਈ ਕਰਨੀ। ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਹਾਂ ਤਾਂ ਦੂਸਰੀ ਬਾਣੀ ਸਤਿਗੁਰਾਂ ਨੇ ਉਚਾਰਨ ਕੀਤੀ ਅਕਾਲ ਉਸਤਤ। ਉਹਦੇ ਅੰਦਰ ਅਕਾਲ ਦੀ ਹੀ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਹੀ ਉਸਤਤੀ ਕੀਤੀ, ਵਡਿਆਈ ਕੀਤੀ ਹੈ। ਇੰਨੀ ਵਡਿਆਈ ਕੀਤੀ ਹੈ ਪਰਮੇਸ਼ਰ ਦੀ, ਅਤੇ ਸਤਿਗੁਰੂ ਜੀ ਕਹਿੰਦੇ ਜਲੇ ਹਰੀ, ਥਲੇ ਹਰੀ, ਈਹਾਂ ਹਰੀ, ਊਹਾਂ ਹਰੀ, ਜਮੀ ਹਰੀ, ਜਮਾ ਹਰੀ, ਕਿ ਹਰ ਥਾਵਾਂ 'ਤੇ ਉਹ ਪਰਮੇਸ਼ਰ ਹੈ। ਪਾਣੀ 'ਚ ਤੂੰ ਹੈ, ਧਰਤੀ 'ਤੇ ਤੂੰ ਹੈ, ਇਸੇ ਪ੍ਰਕਾਰ ਇਹ ਸਰੀਰਾਂ ਦੇ ਅੰਦਰ ਤੂੰ ਹੈ, ਇਹ 4 ਪ੍ਰਕਾਰ ਦੀਆਂ ਖਾਣੀਆਂ ਦੇ ਅੰਦਰ ਤੂੰ ਹੈ। ਅਤੇ ਇੱਦਾਂ ਪਰਮੇਸ਼ਰ ਦੀ ਸਿਫਤ ਕਰਦੇ ਕਰਦੇ ਫਿਰ ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਇਹੀ ਉਚਾਰਨ ਕਰਨ ਲੱਗ ਪਏ। ਇਸ ਪ੍ਰਕਾਰ ਸਤਿਗੁਰਾਂ ਨੇ ਉਸਤਤੀ ਕਰ ਕਰਕੇ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ ਕਿ ਕਿਵੇਂ ਉਹ ਵਡਿਆਈ ਉਸ ਪਰਮੇਸ਼ਰ ਦੀ, ਪ੍ਰਭੂ ਦੀ, ਉਹਦੇ ਗੁਣਾਂ ਨੂੰ ਗਾ ਕੇ ਕਰਨੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਉਸਤਤ ਕਰਹੁ ਸਦਾ ਪ੍ਰਭ ਆਪਣੇ। ਜਿਨ੍ਹਾਂ ਨੇ ਆਪਣੇ ਪ੍ਰਭੂ ਦੀ, ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਹੈ, ਪੂਰੀ ਕਲ ਰਾਖੀ। ਫਿਰ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਨੇ ਆਪਣੀ ਕਲ ਨਾਮ ਹੁੰਦਾ ਸ਼ਕਤੀ ਦਾ, ਆਪਣੀ ਸ਼ਕਤੀ ਜਿਹੜੀ ਹੈ ਉਹ ਬਖਸ਼ਿਸ਼ ਕਰਕੇ ਅਤੇ ਉਹਨਾਂ ਦੀ ਰਾਖੀ, ਉਹਨਾਂ ਦੀ ਰੱਖਿਆ ਜਿਹੜੀ ਉਹ ਪਰਮੇਸ਼ਰ ਨੇ ਕੀਤੀ ਹੈ। ਜਿਵੇਂ ਸਾਹਿਬਜ਼ਾਦਿਆਂ ਦਾ ਆਪਾਂ ਇਤਿਹਾਸ ਪੜ੍ਹਦੇ ਆ ਰਹੇ ਹਾਂ, ਸੁਣਦੇ ਆ ਰਹੇ ਹਾਂ ਕਿ 7 ਤੇ 9 ਸਾਲ ਦੀ ਉਮਰ ਦੇ ਅੰਦਰ ਕਿਹੜੀ ਉਹਨਾਂ ਦੇ ਅੰਦਰ ਉਹ ਸ਼ਕਤੀ ਸੀ, ਕਿਹੜੀ ਉਹਨਾਂ ਦੇ ਅੰਦਰ ਉਹ ਕਲਾ ਸੀ
ਕਿ ਵੱਡੀ ਭਰੀ ਕਚਹਿਰੀ ਦੇ ਅੰਦਰ ਵੀ ਉਹ ਡੋਲੇ ਨਹੀਂ। ਕਿਵੇਂ ਉਹਨਾਂ ਨੇ ਜਵਾਬ ਦਿੱਤੇ, ਚੜ੍ਹਦੀ ਕਲਾ ਦੇ ਨਾਲ ਉੱਤਰ ਦਿੱਤੇ। ਵੱਡੇ ਵੱਡੇ ਸੂਬਿਆਂ ਦੇ ਵਜ਼ੀਰਾਂ ਦੇ ਕਾਜ਼ੀਆਂ ਦੇ ਮੂੰਹ ਬੰਦ ਕਰ ਦਿੱਤੇ। ਉਹ ਧਰਮ ਦੀ ਸ਼ਕਤੀ ਹੈ, ਉਹ ਅੰਮ੍ਰਿਤ ਦੀ ਸ਼ਕਤੀ ਹੈ, ਉਹ ਸੱਚ ਅਤੇ ਨਿਆਂ ਦੀ ਸ਼ਕਤੀ ਹੈ। ਇਸ ਪ੍ਰਕਾਰ ਉਹਨਾਂ ਦੇ ਵੱਲ ਪਰਮੇਸ਼ਰ ਵਾਹਿਗੁਰੂ ਹੁੰਦਾ, ਜਾਂ ਕਰਤਾ ਵੱਲ ਤਾਂ ਸਭ ਕੋ ਵੱਲ। ਜਿਹਦੇ ਵੱਲ ਪਰਮੇਸ਼ਰ ਹੋ ਜਾਏ ਉਹਨੂੰ ਕਿਸੇ ਚੀਜ਼ ਦੀ ਡਰਨ ਦੀ ਲੋੜ ਹੀ ਨਹੀਂ ਰਹਿੰਦੀ। ਇਸ ਕਰਕੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਇਹ ਬਚਨ ਆਉਂਦੇ ਹਨ ਕਿ ਜਾਮ ਗੁਰੂ ਹੈ ਵੱਲ ਲੱਖ ਬਾਹੇ ਕਿਆ ਕੀਜੈ। ਕਿ ਜਿਹਦੇ ਵੱਲ ਗੁਰੂ ਹੋ ਜਾਏ ਚਾਹੇ ਲੱਖਾਂ ਬਾਹਾਂ ਉਹਦੇ 'ਤੇ ਚੜ੍ਹ ਕੇ ਆਉਣ। ਜਿਵੇਂ ਚਮਕੌਰ ਸਾਹਿਬ ਦੇ ਅੰਦਰ ਲੱਖਾਂ ਬਾਹਾਂ ਚੜ੍ਹ ਕੇ ਆਈਆਂ, ਕਿੰਨੀ ਫੌਜ ਚੜ੍ਹ ਕੇ ਆਈ, ਪਰ ਪਰਮੇਸ਼ਰ ਵਾਹਿਗੁਰੂ ਦੀ ਐਸੀ ਸ਼ਕਤੀ ਕਲਾ ਦੇਖੋ ਕਿ ਕੋਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਐਸੀ ਖੇਡ ਸਤਿਗੁਰਾਂ ਨੇ ਵਰਤਾਈ ਕਿ ਇਕੱਲੇ ਇਕੱਲੇ ਸਿੰਘ ਨੇ ਸਵਾ ਲੱਖ ਦੇ ਨਾਲ ਜੰਗ ਯੁੱਧ ਕਰਦਿਆਂ ਐਸਾ ਘਮਸਾਨ ਦਾ ਯੁੱਧ ਕੀਤਾ ਅਤੇ ਇਹਨਾਂ ਨੂੰ ਸਭ ਨੂੰ ਇੱਕ ਵਾਰੀ ਨਿਰੁੱਤਰ ਕਰ ਦਿੱਤਾ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਜਿਹੜਾ ਉਹ ਆਪਣੇ ਭਗਤਾਂ ਦੀ ਹਰ ਥਾਂ 'ਤੇ ਹੀ ਰੱਖਿਆ ਕਰਦਾ। ਜਦੋਂ ਵੀ ਕੋਈ ਭਗਤ 'ਤੇ ਵਿਪਤਾ ਆਉਂਦੀ ਹੈ, ਦੁੱਖ ਦਾ ਸਮਾਂ ਆਉਂਦਾ, ਅਤੇ ਉਹ ਪਰਮੇਸ਼ਰ ਵਾਹਿਗੁਰੂ ਉਹਨਾਂ ਦੀ ਰੱਖਿਆ ਕਰਦਾ ਹੈ, ਉਹਦੀ ਅੰਗ ਸੰਗ ਸਹਾਈ ਹੁੰਦਾ ਹੈ। ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ। ਸਤਿਗੁਰੂ ਜੀ ਕਹਿੰਦੇ ਜਿੰਨੇ ਜੀਵ ਜੰਤ ਹਨ, ਜੀਵ ਜੰਤ ਤੋਂ ਭਾਵ ਜਿਹੜੇ ਸੂਖਮ ਅਤੇ ਸਥੂਲ ਸ੍ਰਿਸ਼ਟੀ ਹੈ। ਇੱਕ ਉਹ ਸ੍ਰਿਸ਼ਟੀ ਜਿਹੜੀ ਦਿਸਣ ਦੇ ਵਿੱਚ ਆਉਂਦੀ ਹੈ, ਇੱਕ ਉਹ ਸ੍ਰਿਸ਼ਟੀ ਜਿਹੜੀ ਨਹੀਂ ਦਿਸਦੀ। ਸੂਖਮ ਤੋਂ ਸੂਖਮ, ਛੋਟੀ ਤੋਂ ਛੋਟੀ ਸ੍ਰਿਸ਼ਟੀ ਵੀ ਪਰਮੇਸ਼ਰ ਨੇ ਜਿਹੜੀ ਅੱਖਾਂ ਨਾਲ ਨਹੀਂ ਨਜ਼ਰ ਆਉਂਦੀ ਉਹ ਵੀ ਰਚੀ ਹੈ, ਉਹਦੇ ਅੰਦਰ ਵੀ ਉਹਦੀ ਸੱਤਾ ਹੈ। ਅਤੇ ਜਿਹੜੀ ਸਥੂਲ ਸ੍ਰਿਸ਼ਟੀ ਹੈ ਉਹਦੇ ਅੰਦਰ ਵੀ ਉਹਦੀ ਸੱਤਾ ਹੈ। ਸਭ ਭਏ ਪਵਿੱਤਰਾ। ਸਤਿਗੁਰੂ ਜੀ ਕਹਿੰਦੇ ਸਾਰੇ ਹੀ ਪਵਿੱਤਰ ਹੋ ਜਾਂਦੇ ਹੈ। ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਪਾਹਨ ਪਾਰ ਉਤਾਰੇ। ਇੱਥੋਂ ਤੱਕ ਮਨੁੱਖ ਦਾ ਤਾਂ ਉਧਾਰ ਕਰਨਾ ਹੀ ਕਰਨਾ, ਪਸ਼ੂਆਂ ਦਾ ਪ੍ਰੇਤਾਂ ਦਾ ਵੀ ਉਧਾਰ ਹੋ ਜਾਂਦਾ। ਜਿਹੜੇ ਇੱਦਾਂ ਗੁਰੂ ਦੀ ਸ਼ਰਨ ਦੇ ਵਿੱਚ ਪਰਮੇਸ਼ਰ ਦੇ ਅੰਗ ਸੰਗ ਸਮਝਣ ਲੱਗ ਜਾਂਦੇ ਆ, ਸਤਿਗੁਰੂ ਜੀ ਕਹਿੰਦੇ ਉਹ ਸਾਰੇ ਹੀ ਪਵਿੱਤਰ ਹੋ ਜਾਂਦੇ ਆ। ਸਤਿਗੁਰ ਕੀ ਸੱਚ ਸਾਖੀ। ਇਹ ਸਤਿਗੁਰਾਂ ਦੀ ਸੱਚੀ ਸਾਖੀ ਕਹੀਏ, ਗਵਾਹੀ ਹੈ। ਜਿਵੇਂ ਗਵਾਹੀ ਭਰੀ ਜਾਂਦੀ ਹੈ ਅਤੇ ਗਵਾਹੀ ਲਈ ਜਾਂਦੀ ਹੈ, ਅਤੇ ਉਹ ਬੰਦਾ ਗਵਾਹੀ ਦਿੰਦਾ ਵੀ ਇਹ ਹਾਂ ਵੀ ਇਹ ਕੰਮ ਹੋਇਆ ਇੱਦਾਂ, ਅਤੇ ਉਹ ਗਵਾਹੀ ਦੇ ਉਹਦੀ ਸਹੀ ਮੰਨੀ ਜਾਂਦੀ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਆਪ ਇਹ ਬਚਨ ਕਰਦੇ ਹਨ ਕਿ ਸਾਡੀ ਸਾਖੀ ਹੈ, ਸਾਡੀ ਗਵਾਹੀ ਹੈ ਕਿ ਜਿਹੜਾ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਲੱਗ ਜਾਏ, ਉਹਦੇ ਨਾਮ ਦੇ ਵਿੱਚ ਜੁੜ ਜਾਏ, ਬੰਦਗੀ ਕਰਨ ਲੱਗ ਜਾਏ, ਸਭ ਤਰ੍ਹਾਂ ਕਰਕੇ ਉਹਦੀ ਰੱਖਿਆ ਹੁੰਦੀ ਹੈ। ਸਭ ਤਰ੍ਹਾਂ ਕਰਕੇ ਉਹ ਪੁਨੀਤ ਅਤੇ ਪਵਿੱਤਰ ਬਣ ਜਾਂਦਾ ਹੈ। ਵਿਘਨ ਵਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ। ਸਤਿਗੁਰੂ ਜੀ ਕਹਿੰਦੇ ਜਿੰਨੇ ਵਿਘਨ ਰੁਕਾਵਟਾਂ ਹਨ ਇਹ ਵੀ ਨਾਸ ਹੋ ਜਾਂਦੀਆਂ। ਸਭ ਦੁੱਖ ਨਾਸਨ, ਜਿੰਨੇ ਦੁੱਖ ਹਨ ਜੰਮਣ ਅਤੇ ਮਰਨ ਦੇ, ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਦੁੱਖ ਮੰਨੇ ਹਨ। ਇੱਕ ਵਿਛੋੜਾ ਸਤਿਗੁਰਾਂ ਨੇ ਬਚਨ ਕੀਤੇ ਹਨ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨ ਭੋਲੇ ਦਾਰੂ ਲਾਏ। ਵਿਛੋੜੇ ਦਾ ਦੁੱਖ ਹੈ, ਸਰੀਰ ਨੂੰ ਦੁੱਖ ਹੈ, ਇਸੇ ਤਰ੍ਹਾਂ ਮਨ ਕਰਕੇ ਕੋਈ ਦੁਖੀ ਹੈ। ਇਹ ਜਿੰਨੇ ਦੁੱਖ ਹਨ ਸਾਰੇ ਹੀ ਸਤਿਗੁਰੂ ਜੀ ਕਹਿੰਦੇ ਨਾਸ ਹੋ ਜਾਂਦੇ ਹਨ। ਸਤਿਗੁਰ ਨਾਮ ਦ੍ਰਿੜਾਇਆ। ਜਿਨ੍ਹਾਂ ਨੇ ਗੁਰੂ ਦੁਆਰਾ ਦਿੱਤੇ ਹੋਏ ਨਾਮ ਨੂੰ ਆਪਣੇ ਮਨ ਦੇ ਵਿੱਚ ਦ੍ਰਿੜ ਕਰ ਲਿਆ, ਪੱਕਿਆਂ ਕਰ ਲਿਆ, ਉਹਨੂੰ ਜਪਣ ਲੱਗ ਪਏ, ਅੱਠੇ ਪੈਰ ਉਹਦੇ 'ਚ ਲੱਗੇ ਰਹਿੰਦੇ ਆ, ਉਹਨਾਂ ਦੇ ਸਤਿਗੁਰੂ ਜੀ ਕਹਿੰਦੇ ਵਿਘਨ ਰੁਕਾਵਟਾਂ ਜਿਹੜੀਆਂ ਹਨ ਲੋਕ ਪਰਲੋਕ ਦੀਆਂ ਅਤੇ ਜਿੰਨੇ ਦੁੱਖ ਹਨ ਇਹ ਸਾਰੇ ਨਾਸ ਹੋ ਜਾਂਦੇ ਹਨ। ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ। ਸਤਿਗੁਰੂ ਜੀ ਕਹਿੰਦੇ ਜਿੰਨੇ ਪਾਪ ਹਨ ਖੋਏ, ਨਾਸ ਹੋ ਗਏ। ਭਏ ਸਭ ਪਾਵਨ, ਸਭ ਤਰ੍ਹਾਂ ਕਰਕੇ ਉਹ ਪਾਵਨ ਪਵਿੱਤਰ ਹੋ ਗਏ। ਜਨ ਨਾਨਕ ਸੁਖ ਘਰ ਆਇਆ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੀ ਸੰਪੂਰਨਤਾ ਕਰਦੇ ਹਨ ਕਿ ਉਹਨਾਂ ਦੇ ਘਰ ਦੇ ਅੰਦਰ, ਉਹਨਾਂ ਦੇ ਹਿਰਦੇ ਦੇ ਅੰਦਰ ਜਿਹੜਾ ਅਸਲੀ ਸੁੱਖ ਹੈ ਉਹ ਆ ਕੇ ਵਸ ਗਿਆ। ਜਿਵੇਂ ਸਤਿਗੁਰਾਂ ਦੇ ਬਚਨ ਹਨ, ਜੋ ਸੁਖ ਕਉ ਚਾਹੈ ਸਦਾ ਸਰਨ ਰਾਮ ਕੀ ਲੇਹ। ਸਤਿਗੁਰੂ ਜੀ ਕਹਿੰਦੇ ਜੇ ਤੂੰ ਸਦਾ ਹੀ ਸੁਖੀ ਰਹਿਣਾ ਚਾਹੁੰਦਾ ਹੈ ਤਾਂ ਫਿਰ ਪ੍ਰਭੂ ਦੀ, ਪਰਮੇਸ਼ਰ ਦੀ ਸ਼ਰਨ ਲੈ, ਉਹਦੀ ਸ਼ਰਨ ਦੇ ਵਿੱਚ ਪੈ ਜਾ। ਉਹਦੀ ਸ਼ਰਨ ਦੇ ਵਿੱਚ ਜਦੋਂ ਤੂੰ ਪੈ ਗਿਆ ਫਿਰ ਤੂੰ ਸਦਾ ਸੁਖੀ ਰਹੇਗਾ। ਜੇ ਦੁੱਖ ਵੀ ਆਉਣਗੇ ਤਾਂ ਉਹਨਾਂ ਦੁੱਖਾਂ ਦੇ ਵਿੱਚ ਵੀ ਤੂੰ ਸੁਖੀ ਹੋਏਗਾ।
ਇਸ ਪ੍ਰਕਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਜੋ ਆਪਾਂ ਰਲ ਮਿਲ ਕੇ ਸਾਂਝਿਆਂ ਕੀਤੇ ਹਨ। ਸਤਿਗੁਰੂ ਜੀ ਮਹਾਨ ਕਿਰਪਾ ਕਰਨ, ਇਹ ਪਾਵਨ ਪਵਿੱਤਰ ਵਿਚਾਰਾਂ ਆਪਣੇ ਪੜ੍ਹਨ ਸੁਣਨ ਵਾਲਿਆਂ ਦੇ ਸਾਰਿਆਂ ਦੇ ਹਿਰਦਿਆਂ 'ਚ ਵਸਣ, ਜਿਸ ਕਰਕੇ ਆਪਾਂ ਲੋਕ ਸੁਖੀਏ ਪਰਲੋਕ ਸੁਹੇਲੇ ਹੋਈਏ। ਹੋਈਆਂ ਬੇਅੰਤ ਭੁੱਲਾਂ ਆਪ ਸੰਗਤ ਨੇ ਬਖਸ਼ਿਸ਼ ਕਰਨੀਆਂ। ਆਓ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਉਸ ਤੋਂ ਉਪਰੰਤ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਦੇ ਅੰਦਰ ਸ਼ਾਮਲ ਹੋਈਏ। ਬਿਘਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨਹਾਰ। ਤੂੰ ਠਾਕੁਰ ਤੁਮ